सतनाम श्री वाहिगुरु जी। पैरों महला तीजा। घर दूजा एक ओंकार सतगुर प्रसाद। तिन करता एक चलत उपाया, अनहद बाणी शब्द सुनाया। मन मुख भूले गुरमुख बुझाया, कारण करता करदा आया। गुर का शब्द मेरे अंतर ध्यान, हो कबू न छोड़ो हर का नाम रहा। पिता प्रहलाद पढ़न पठाया, ले पाटी बाधी गया। नाम बिना न पढ़ो आचार, मेरी पढ़िया लिख दे हो गोबिंद मुरार। पुत्र प्रहलाद स्यों कहिया माए, पर व्यर्थ न पढ़ो रही समझाए। निर्भव दाता हर जीव मेरे नाल, जी हर छोड़ो तो कुल लागेगा। प्रहलाद सब चाटड़े बिगाड़े, हमारा कहिया न सुने अपने कार्य सवारे। सब नगरी मह भगत दृढ़ाई, दुष्ट सभा का किस नाम साई। संडे मर के की पुकार, सुबेदत रही चखमार। भगत जनांगी पत रख सोई, कीते कह कहिए क्या होई। किरद संजोगी दैत राज चलाया, हर न बूझे दिन आप बुलाया। पुत्र प्रहलाद स्यों वाद रचाया, अंधा न बूझे काल नेड़े आया। प्रहलाद कोठे विच रखिया, बार दिया ताला। निर्भव बालक मूल न डरई, मेरे अंतर गुरु गोपाल। कीता होवे श्री की करे, अनहोंदा नाउ तरहाया। जो तुर लिखिया सो आए बहुत, जन स्यों वाद रचाया। वाहिगुरु जी का खालसा, वाहिगुरु जी की फतेह। इथों तक आपने कल कथा विचार सरवण की सी। आओ गुरमुख प्यारे पाठी सिंह पहुँच चुके ने, तो अगला पाठ कथा विचार सरवण करो जी। प्यार न रखो सतनाम श्री वाहिगुरु जी। सतनाम श्री वाहिगुरु साहिब जियो। पिता प्रहलाद स्यों गुर जी उठाई। प्रहलाद दे पिता हरनाखश ने प्रहलाद दे मारन वास्ते पहला गुरज गदा चुकना की, जो हनुमान दे हथ विच हुंदी है। हरनाखश ने प्रहलाद नूं डराउण लई पहला गदा चुकी सी। जदों वो नहीं डोलिया ਤਾਂ फिर वो किरपान चुक के उसनूं मारन लगा सी। तदों थम पाड़ हर प्रगटिया, नरसिंह रूप अनूप जुगाद। थम पाड़ के भगवान ने नरसिंह रूप दे विच उसदा वध कीता सी। इस लई सतगुरां ने गुरबाणी अंदर खड़ग अते गदा दोहां दा ही जिक्र कीता है।
ਸਾਈ। ਅਤੇ ਪ੍ਰਹਿਲਾਦ ਨੂੰ ਪੁੱਛਣ ਲੱਗਾ, ਤੇਰਾ ਜਗ ਦਾ ਈਸ਼ਵਰ ਮਾਲਕ ਜੋ ਤੇਰੀ ਰੱਖਿਆ ਕਰ ਰਹੀ ਹੈ, ਉਹ ਭਗਵਾਨ ਕਿੱਥੇ ਹੈ? ਮੈਨੂੰ ਵੀ ਅੱਖਾਂ ਨਾਲ ਦਿਖਾ ਤਾਂ ਕਿ ਮੈਂ ਵੀ ਵੇਖ ਲਵਾਂ। ਤਾਂ ਅੱਗੋਂ ਭਗਤ ਪ੍ਰਹਿਲਾਦ ਜੀ ਕਹਿਣ ਲੱਗੇ, ਜਗ ਜੀਵਨ ਦਾਤਾ ਅੰਤ ਸਖਾਈ। ਉਹ ਜਗਤ ਦਾ ਜੀਵਨ ਰੂਪ ਦਾਤਾਰ ਪ੍ਰਭੂ ਅਖੀਰ ਤੱਕ ਜੀਵ ਦੀ ਸਹਾਇਤਾ ਕਰਨੇ ਵਾਲਾ ਹੈ। ਜਹ ਦੇਖਾਂ ਤਹ ਰਹਿਆ ਸਮਾਈ। ਮੈਂ ਜਿੱਥੇ ਵੀ ਦੇਖਦਾ ਹਾਂ ਉੱਥੇ ਹੀ ਉਹ ਸਮਾ ਰਿਹਾ ਹੈ। ਤਦੋਂ ਹਰਨਾਕਸ਼ ਨੇ ਪਾਸ ਹੀ ਅੱਗ ਵਾਂਗ ਗਰਮ ਕੀਤੀ ਹੋਈ ਥੰਮ ਵੱਲ ਇਸ਼ਾਰਾ ਕਰਕੇ ਕਿਹਾ ਕਿ ਤੇਰਾ ਭਗਵਾਨ ਇਸ ਗਰਮ ਥੰਮ ਦੇ ਵਿੱਚ ਵੀ ਹੈ। ਉਸ ਵੇਲੇ ਪ੍ਰਹਿਲਾਦ ਦਾ ਨਿਸ਼ਚਾ ਰੱਖਣ ਲਈ ਕਿ ਮੈਂ ਇਸ ਥੰਮ ਵਿੱਚ ਵੀ ਹਾਂ, ਭਗਵਾਨ ਕੀੜੀ ਦਾ ਰੂਪ ਧਾਰ ਕੇ ਉਸ ਥੰਮ ਉੱਪਰ ਤੁਰਨ ਲੱਗ ਪਿਆ। ਤੇ ਪ੍ਰਹਿਲਾਦ ਨੇ ਸੋਚਿਆ, ਮਨਾ ਇਹ ਥੰਮ ਤਾਂ 5-5 ਫੁੱਟ ਦੂਰ ਹੀਟ ਮਾਰ ਰਿਹਾ, ਕਿੰਨਾ ਇਹਦੇ ਵਿੱਚ ਸੇਕ ਹੈ, ਬੰਦਾ ਲਾਗੇ ਨਹੀਂ ਜਾ ਸਕਦਾ। ਛੋਟੀ ਜਿਹੀ ਕੀੜੀ ਉਹਦਾ ਫੂਕ ਮਾਰਿਆ ਉੱਡ ਜਾਂਦੀ ਹੈ। ਅੱਗ ਵਾਂਗ ਤਪਦੇ ਥੰਮ ਦੇ ਉੱਪਰ ਕੀੜੀ ਨਹੀਂ ਤੁਰ ਰਹੀ, ਇਹ ਖੁਦ ਭਗਵਾਨ ਹੀ ਹੈ। ਨਿਸ਼ਚਾ ਆ ਗਿਆ, ਪਹਿਲਾਂ ਵੀ ਸੀਗਾ, ਪੱਕਾ ਹੋ ਗਿਆ ਨਿਸ਼ਚਾ। ਆਖਿਆ ਇਸ ਥੰਮ ਵਿੱਚ ਵੀ ਹੈ। ਤਦੋਂ ਹਰਨਾਕਸ਼ ਨੇ ਕਿਹਾ ਕਿ ਫਿਰ ਤੂੰ ਇਹਨੂੰ ਜੱਫੀ ਪਾ। ਪ੍ਰਹਿਲਾਦ ਨੇ ਆਖਿਆ, 7 ਬਚਨ ਪਿਤਾ ਜੀ। ਪਿਤਾ ਦਾ ਬਚਨ ਮੰਨ ਕੇ, ਕਿਉਂਕਿ 7 ਸਾਲ ਦਾ ਬੱਚਾ ਸੀਗਾ, ਬੜਾ ਸਲਿਮ, ਬੜੇ ਪਿਆਰ ਦੀ ਬੋਲੀ ਸੀ ਉਸਦੀ। ਉਹ ਵੈਰ ਕਰ ਰਿਹਾ, ਬੱਚਾ ਪਿਆਰ ਨਾਲ ਬੋਲ ਰਿਹਾ। ਉਹਨੇ ਉਸੇ ਵਕਤ ਥੰਮ ਨਾਲ ਜੱਫੀ ਪਾ ਲਈ, ਪਰ ਪ੍ਰਹਿਲਾਦ ਕੁਝ ਵੀ ਨਾ ਵਿਗੜਿਆ। ਉਸ ਵੇਲੇ ਹਰਨਾਕਸ਼ ਨੇ ਕ੍ਰੋਧ ਵਿੱਚ ਆ ਕੇ ਪ੍ਰਹਿਲਾਦ ਨੂੰ ਮਾਰਨ ਲਈ ਤਲਵਾਰ ਚੁੱਕੀ। ਤਦੋਂ ਹੀ ਥੰਮ ਉਪਾੜ ਹਰਿ ਆਪ ਦਿਖਾਇਆ। ਉਹ ਥੰਮਲਾ ਪਾੜ ਕੇ ਚੀਰ ਕੇ ਹਰੀ ਪਰਮਾਤਮਾ ਨੇ ਆਪਣਾ ਨਰਸਿੰਘ ਰੂਪ ਦਿਖਾਉਣਾ ਕੀਤਾ। ਅਹੰਕਾਰੀ ਦੈਤ ਮਾਰ ਪਛਾਇਆ। ਅਤੇ ਅਹੰਕਾਰ ਨਾਲ ਭਰੇ ਹੋਏ ਰਾਖਸ਼ ਨੂੰ ਆਪਣੇ ਨੌਹਾਂ ਦੇ ਨਾਲ ਪਾੜ ਕੇ ਉਹਦੀਆਂ ਅੰਦਰਾਂ ਆਪਣੇ ਗਲ ਵਿੱਚ ਪਾ ਕੇ ਚੰਗਾ ਖੁਸ਼ੀ ਮਨਾਈ, ਨੱਚੇ। ਉਹਨੂੰ ਨਾਸ਼ ਕਰ ਦਿੱਤਾ, ਪਹੁੰਚਾ ਦਿੱਤਾ। ਭਗਤਾਂ ਮਾਨਾ ਆਨੰਦ ਵਜੀ ਵਧਾਈ। ਇੰਜ ਪ੍ਰਹਿਲਾਦ ਦੀ ਰੱਖਿਆ ਹੋਈ ਦੇਖ ਕੇ ਸਾਰੇ ਭਗਤਾਂ ਦੇ ਹਿਰਦੇ ਵਿੱਚ ਆਨੰਦ ਪ੍ਰਾਪਤ ਹੋਇਆ ਅਤੇ ਖੁਸ਼ੀਆਂ ਪ੍ਰਗਟ ਹੋ ਆਈਆਂ। ਆਪਣੇ ਸੇਵਕ ਕਉ ਦੇ ਵਡਿਆਈ। ਭਗਤ ਇਹ ਨਿਸ਼ਚੈ ਕਰਕੇ ਜਾਣਦੇ ਨੇ ਕਿ ਉਹ ਪ੍ਰਭੂ ਆਪ ਦੇ ਦਾਸਾਂ ਨੂੰ, ਸੇਵਕਾਂ ਨੂੰ ਲੋਕ ਪਰਲੋਕ ਵਿੱਚ ਵਡਿਆਈ ਇੱਜ਼ਤ ਦੇਣਾ ਕਰਦਾ ਹੈ। ਜੰਮਣ ਮਰਨ ਮੋਹ ਪਾਇਆ। ਪ੍ਰਭੂ ਨੇ ਇਹ ਜੰਮਣ ਮਰਨ ਦਾ ਚੱਕਰ ਜੀਵਾਂ ਦੇ ਅਗਿਆਨ ਕਰਕੇ ਪੈਦਾ ਕੀਤਾ ਹੈ। ਮਾਇਆ ਦੇ ਮੋਹ ਕਰਕੇ ਜੰਮਣ ਮਰਨ ਪੈਦਾ ਕੀਤਾ ਹੈ। ਆਵਣ ਜਾਣ ਕਰਤਾ ਲਿਖ ਪਾਇਆ। ਇਸ ਸੰਸਾਰ ਵਿੱਚ ਜਨਮ ਧਾਰ ਕੇ ਆਉਣਾ ਅਤੇ ਮਰ ਕੇ ਪਰਲੋਕ ਦੇ ਵਿੱਚ ਜੋਨਾਂ ਵਿੱਚ ਜਾਣਾ ਕਰਤਾ ਪੁਰਖ ਨੇ ਧੁਰੋਂ ਹੀ ਜੀਵਾਂ ਦੇ ਮੱਥੇ ਉੱਪਰ ਇਹ ਲੇਖ ਲਿਖ ਕੇ ਪਾਇਆ ਹੈ। ਪ੍ਰਹਿਲਾਦ ਕੈ ਕਾਰਜ ਹਰਿ ਆਪ ਦਿਖਾਇਆ। ਪ੍ਰਹਿਲਾਦ ਭਗਤ
ਦੇ ਰੱਖਿਆ ਦੇ ਕੰਮ ਨੂੰ ਸੰਵਾਰਨ ਵਾਸਤੇ ਹਰੀ ਪਰਮਾਤਮਾ ਨੇ ਆਪਣਾ ਨਰਸਿੰਘ ਰੂਪ ਪ੍ਰਗਟ ਕਰਕੇ ਵਿਖਾਉਣਾ ਕੀਤਾ ਹੈ। ਭਗਤਾਂ ਕਾ ਬੋਲ ਆਗੈ ਆਇਆ, ਅਤੇ ਭਗਤਾਂ ਦਾ ਕਿਹਾ ਹੋਇਆ ਬਚਨ ਸਾਹਮਣੇ ਆ ਗਿਆ। ਭਾਵ ਪ੍ਰਹਿਲਾਦ ਨੇ ਕਿਹਾ ਸੀ ਕਿ ਭਗਵਾਨ ਹਰ ਥਾਂ ਵਿਆਪਕ ਹੈ, ਇਸ ਥੰਮ ਦੇ ਵਿੱਚ ਵੀ ਵਸ ਰਿਹਾ ਹੈ। ਭਾਵੇਂ ਉਸ ਥੰਮ ਦੇ ਵਿੱਚ ਰੱਬ ਨਹੀਂ ਸੀਗਾ, ਪਰ ਉਹਨੇ ਪ੍ਰਹਿਲਾਦ ਦੇ ਬਚਨਾਂ ਮੁਤਾਬਕ ਉਹਦਾ ਨਿਸ਼ਚਾ ਕਰਾਉਣ ਲਈ, ਬਾਕੀ ਹਰਨਾਕਸ਼ ਨੇ ਵੀ ਕਾਮਨਾ ਕੀਤੀ ਸੀ ਜੇ ਹੈ ਤੇ ਮੈਨੂੰ ਦਿਖੇ ਇਹਦੇ ਵਿੱਚੋਂ, ਉਹਦੇ ਵਿੱਚੋਂ ਹੀ ਪਾੜ ਕੇ ਪ੍ਰਗਟ ਹੋਏ। ਉਹ ਬੋਲ ਭਗਤਾਂ ਦਾ ਪਰਮੇਸ਼ਰ ਨੇ ਉਹਨੂੰ ਪਾੜ ਕੇ ਵਿੱਚੋਂ ਨਿਕਲ ਕੇ ਪ੍ਰਗਟ ਹੋ ਕੇ ਪੂਰਾ ਕਰ ਦਿੱਤਾ। ਕਿਉਂਕਿ ਜਿਹੜੇ ਸੰਤ ਭਗਤ ਨੇ ਸੋ ਕਹਿੰਦੇ ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਜੋ ਬਚਨ ਕਰਦੇ ਨੇ ਉਹ ਮਹਾਰਾਜ ਉਹਨਾਂ ਦਾ ਬਚਨ ਅਟਲ ਕਰ ਦਿੰਦਾ, ਪੂਰਾ ਕਰ ਦਿੰਦਾ ਹੈ। ਹਰਨਾਕਸ਼ ਨੂੰ ਮਾਰਨ ਤੋਂ ਬਾਅਦ ਉਸ ਦੀਆਂ ਅੰਦਰਾਂ ਨਰਸਿੰਘ ਨੇ ਆਪਣੇ ਗਲ ਵਿੱਚ ਪਾ ਲਈਆਂ। ਗਰਜ ਕੇ ਜਦੋਂ ਆਪਣਾ ਸਿਰ ਹਿਲਾਇਆ ਤਾਂ ਆਸਮਾਨ ਪਿਛਲੇ ਬੱਦਲ ਹਿਲ ਗਏ ਤੇ ਦੇਵਤਿਆਂ ਦੇ ਵਿਮਾਨ ਵੀ ਡੋਲ ਗਏ। ਤਦੋਂ ਉਸ ਭਿਆਨਕ ਰੂਪ ਨੂੰ ਵੇਖ ਕੇ ਦੇਵਤੇ ਵੀ ਘਬਰਾ ਗਏ। ਦੇਵ ਕੁਲੀ ਲਖਮੀ ਕਉ ਕਰਹਿ ਜੈਕਾਰ, ਉਸ ਸਮੇਂ ਦੇਵਤਿਆਂ ਦੀਆਂ ਸਾਰੀਆਂ ਕੁਲਾਂ ਲక్ష్ਮੀ ਨੂੰ ਜਾ ਕੇ ਨਮਸਕਾਰ ਕਰਨ ਲੱਗ ਪਈਆਂ। ਮਾਤਾ ਨਰਸਿੰਘ ਕਾ ਰੂਪ ਨਿਵਾਰ, ਅਤੇ ਬੇਨਤੀ ਕੀਤੀ ਕਿ ਹੇ ਮਾਂ, ਭਗਵਾਨ ਨਰਸਿੰਘ ਦਾ ਧਾਰਨ ਕੀਤਾ ਹੋਇਆ ਭਿਆਨਕ ਰੂਪ ਨਿਵਰਤ ਕਰਾ ਦੇ। ਲਖਮੀ ਪਉ ਕਰੈ ਨਾ ਸਕੈ ਜਾਏ, ਕਿਉਂਕਿ ਸਿਰ ਸੀ ਬੱਬਰ ਸ਼ੇਰ ਦਾ, ਚੰਗਾ ਸੋਹਣਾ ਬੜਾ ਦਾੜਾ ਹੈ ਤੇ ਦੰਦ ਦਾੜਾਂ ਬੜੀਆਂ ਤਿੱਖੀਆਂ ਨੇ। ਧੜ ਸੀ ਇਨਸਾਨ ਦਾ ਉੱਚਾ ਲੰਮਾ, ਥੰਮੇ ਜਿੰਨਾ ਜਵਾਨ। ਵੇਖ ਕੇ ਬੰਦੇ ਨੂੰ ਡਰ ਲੱਗਦਾ ਸੀ ਕਿ ਸਾਨੂੰ ਖਾ ਹੀ ਨਾ ਜਾਏ। ਲక్ష్ਮੀ ਵੀ ਨਰਸਿੰਘ ਦਾ ਰੂਪ ਭਿਆਨਕ ਦੇਖ ਕੇ ਬੜਾ ਭੈ ਕਰਦੀ ਹੈ। ਉਹ ਵੀ ਨਰਸਿੰਘ ਭਗਵਾਨ ਦੇ ਪਾਸ ਜਾ ਕੇ ਬੇਨਤੀ ਨਾ ਕਰ ਸਕੀ, ਨੇੜੇ ਨਾ ਜਾ ਸਕੀ। ਪ੍ਰਹਿਲਾਦ ਜਨ ਚਰਣੀ ਲਾਗਾ ਆਏ, ਜਿਹੜੇ ਭਗਤ ਨੇ ਉਹਨਾਂ ਦੇ ਮਨ ਵਿੱਚ ਭੈ ਨਹੀਂ ਹੁੰਦਾ। ਉਹ ਤਾਂ ਬੱਚਿਆਂ ਦੀ ਤਰ੍ਹਾਂ ਹੁੰਦੇ ਨੇ। ਸ਼ੇਰਨੀ ਆਪਦੇ ਬੱਚਿਆਂ ਨੂੰ ਮੂੰਹ ਵਿੱਚ ਪਕੜ ਕੇ ਉਹਨਾਂ ਦੀ ਰੱਖਿਆ ਕਰਦੀ ਹੈ। ਬੱਚੇ ਸਭਨਾਂ ਨੂੰ ਪਿਆਰੇ ਹੁੰਦੇ ਨੇ। ਇਉਂ ਭਗਵਾਨ ਦਾ ਭਗਤਾਂ ਦਾ ਪਿਤਾ ਹੈ। ਫਿਰ ਲక్ష్ਮੀ ਸਮੇਤ ਸਭ ਦੇਵਤਿਆਂ ਨੇ ਪ੍ਰਹਿਲਾਦ ਨੂੰ ਬੇਨਤੀ ਕੀਤੀ ਕਿ ਭਗਤ ਜੀ, ਤੇਰੀ ਰੱਖਿਆ ਵਾਸਤੇ ਭਗਵਾਨ ਨੇ ਐਸਾ ਭਿਆਨਕ ਰੂਪ ਧਾਰਿਆ ਹੈ ਤੇ ਤੂੰ ਹੀ ਮਹਾਰਾਜ ਨੂੰ ਸ਼ਾਂਤ ਕਰ। ਫਿਰ ਭਗਤ ਪ੍ਰਹਿਲਾਦ ਸਭਨਾਂ ਦੀ ਬੇਨਤੀ ਮੰਨ ਕੇ ਨਰਸਿੰਘ ਭਗਵਾਨ ਦੇ ਚਰਨੀ ਆ ਕੇ ਲੱਗਿਆ। ਤਦੋਂ ਹਰੀ ਨੇ ਆਪਣਾ ਨਰਸਿੰਘ ਵਾਲਾ ਰੂਪ ਛੁਪਾ ਲਿਆ, ਅਸਲੀ ਰੂਪ ਦੇ ਵਿੱਚ ਆ ਗਏ ਅਤੇ ਪ੍ਰਹਿਲਾਦ ਭਗਤ ਜੀ ਨੂੰ 36,000 ਵਰ੍ਹਾ ਰਾਜ ਕਰਨ ਦਾ ਵਰ ਦਿੱਤਾ। ਫਿਰ ਪ੍ਰਹਿਲਾਦ ਨੇ ਕਿਹਾ ਕਿ ਸਤਿਗੁਰ ਨਾਮ ਨਿਦਾਨ ਦ੍ਰਿੜਾਇਆ, ਇਹ ਭਗਵਾਨ ਜੀ ਮੇਰੇ ਸਤਿਗੁਰੂ ਨਾਰਦ ਮੁਨੀ ਨੇ ਮੈਨੂੰ ਨਾਮ ਦਾ ਖਜ਼ਾਨਾ ਦ੍ਰਿੜ ਕਰਵਾਇਆ ਹੈ। ਰਾਜ ਮਾਲ ਝੂਠੀ ਸਭ ਮਾਇਆ, ਜਿਸ ਦੁਆਰਾ ਮੈਂ ਨਿਸ਼ਚੈ ਕੀਤਾ ਹੈ ਕਿ ਰਾਜ ਭਾਗ ਦੀ ਪ੍ਰਾਪਤੀ, ਮਾਲ ਹਾਥੀ ਘੋੜੇ ਆਦਿਕ ਸਾਰੀ ਮਾਇਆ ਵਿਭੂਤੀ ਝੂਠੀ ਮਿਥਿਆ ਹੈ, ਨਾਸ਼ਵੰਤ ਹੈ। ਲੋਭੀ ਨਾਰ ਰਹੇ ਲੰਬਟਾਏ, ਲਾਲਚੀ ਪੁਰਖ ਇਸ ਮਾਇਆ ਦੇ ਵਿੱਚ ਲੰਬੜ ਹੋ ਰਹੇ ਹਨ। ਹਰ ਕੇ ਨਾਮ ਬਿਨਾ ਦਰਗਹ ਮਿਲੈ ਸਜਾਏ, ਪਰ ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਣ ਕਰਕੇ
ਸਭਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ, ਕਿਉਂਕਿ ਨਾਮ ਨਹੀਂ ਜਪਦੇ, ਖਾ ਲੈਂਦੇ ਨੇ, ਪੀ ਲੈਂਦੇ ਨੇ। ਜਦੋਂ ਕਿਸੇ ਕੋਲ ਆਪਾਂ ਖਾਈਏ ਪੀਏ ਫਰੀ ਰਹੀਏ, ਅਕਸਰ ਉਹਦਾ ਕੰਮ ਤਾਂ ਕਰਨਾ ਹੀ ਪਊਗਾ। ਜੇ ਕੰਮ ਨਹੀਂ ਕਰਾਂਗੇ ਫਰੀ ਕੌਣ ਕਰਦਾ ਹੈ? ਤੇ ਪਰਮਾਤਮਾ ਨੇ ਵੇਖੋ ਸਾਨੂੰ ਆਕਸੀਜਨ ਵੀ ਫਰੀ ਦਿੱਤੀ ਹੋਈ ਹੈ, ਸਭ ਕੁਝ ਫਰੀ ਖਾਤੇ ਵਿੱਚ ਬਖਸ਼ਿਆ ਹੋਇਆ। ਆਪਾਂ ਖਾ ਪੀ ਕੇ ਆਹਾ ਬੜਾ ਸਵਾਦ ਹੈ ਜੀ, ਬੜਾ ਸੁੱਖ ਹੈ ਜੀ। ਕਿਤੇ ਨਿਕੰਮਿਆਂ ਨੇ ਬਾਥਰੂਮ 'ਚ ਠੰਡੇ ਪਾਣੀ ਦਾ ਮੱਗਾ ਉੱਤੇ ਪਾਉਂਦਿਆਂ ਵੀ ਨਹੀਂ ਵਾਹਿਗੁਰੂ ਆਖਿਆ। ਉਹ ਮੇਰੇ ਵਰਗੇ ਉੱਥੇ ਵੀ ਸੀ ਕਰਦੇ ਬਾਹਰ ਨਿਕਲ ਆਉਂਦੇ ਨੇ। ਖਾ ਪੀ ਕੇ ਵੀ ਕਦੇ ਵਾਹਿਗੁਰੂ ਦਾ ਧੰਨਵਾਦ ਨਹੀਂ ਕੀਤਾ। ਇਹਨੇ ਨਸ਼ੁਕਰੇ ਬੰਦੇ ਆ ਤਾਂ ਸਜ਼ਾ ਤਾਂ ਮਿਲੂਗੀ। ਧਰਮ ਰਾਜਾ ਪੁੱਛੂਗਾ ਕਿ ਫਰੀ ਖਾ ਕੇ ਤ੍ਰਿਕ ਤ੍ਰਿਕ ਖਾਇਆ, ਤ੍ਰਿਕ ਤ੍ਰਿਕ ਸੋਇਆ, ਤ੍ਰਿਕ ਤ੍ਰਿਕ ਕਾਪੜੀ ਅੰਗ ਚੜਾਇਆ। ਕਹਿੰਦੇ ਫਿੱਟ ਅਵੇਹਾ ਜੀਵਿਆ, ਜਦ ਖਾਏ ਵਧਾਇਆ, ਪੇਟ ਵਧਾ ਕੇ ਤੁਸੀਂ ਇੱਥੇ ਆ ਵੜੇ ਹੋਏ। ਕੋਈ ਸੇਵਾ ਨਹੀਂ ਕੀਤੀ ਗੁਰਦੁਆਰੇ, ਕੋਈ ਸਿਮਰਨ ਨਹੀਂ ਕੀਤਾ। ਕਮ ਸੇ ਕਮ ਘੰਟਾ 2 ਘੰਟੇ ਸੇਵਾ ਤਾਂ ਜ਼ਰੂਰੀ ਚਾਹੀਦੀ ਹੈ। ਫਿਰ ਮਹਾਰਾਜ ਦੇ ਜਪਜੀ ਸਾਹਿਬ ਦਾ ਪਾਠ, ਕੋਈ ਚੌਪਈ ਸਾਹਿਬ ਦਾ, ਉਹਦਾ ਧੰਨਵਾਦ, ਉਹਦੇ ਚਰਨਾਂ 'ਚ ਅਰਦਾਸ ਚਾਹੀਦੀ। ਤੁਸੀਂ ਸ਼ੁਕਰ ਧੰਨਵਾਦ ਵੀ ਨਹੀਂ ਕੀਤਾ, ਖਾ ਪੀ ਕੇ ਮੌਜਾਂ ਮਾਣ ਕੇ ਇੱਥੇ ਆ ਬੜੇ ਹੋ, ਫਿਰ ਸਜ਼ਾ ਤਾਂ ਮਿਲੇਗੀ। ਇਸ ਲਈ ਸੋ ਉਹਨਾਂ ਲੋਕਾਂ ਨੂੰ ਮਹਾਰਾਜ ਦੀ ਦਰਗਾਹ ਧਰਮਰਾਜੀ ਦੀ ਕਚਹਿਰੀ ਵਿੱਚ ਸਜ਼ਾ ਮਿਲਦੀ ਹੈ। ਧਰਮ ਰਾਈ ਨੂੰ ਹੁਕਮ ਹੈ, ਵਹਿ ਸੱਚਾ ਧਰਮ ਵਿਚਾਰ, ਦੂਜੇ ਭਾਈ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਖੀਰ ਖਾਣੇ ਸਿੱਖ ਨੂੰ ਗੁਰੂ ਅੰਗਦ ਦੇਵ ਜੀ ਨੇ ਸਜ਼ਾ ਦਿੱਤੀ ਸੀ, ਕਿਉਂਕਿ 6 ਮਹੀਨੇ ਨੇ ਫਰੀ ਖਾਤੇ ਖਾਧਾ। ਲੋਕਾਂ ਦੀਆਂ ਅਰਦਾਸਾਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ, ਉਹ ਕੁਛ ਨਾ ਕੁਛ ਤਾਂ ਭਾਰ ਚੁੱਕਣਾ ਹੀ ਪਊਗਾ। ਤੋ ਇਸ ਲਈ ਉਹ ਸਭ ਕੁਝ ਅਰਦਾਸਾਂ ਬੇਨਤੀਆਂ, ਗਾਵਾਂ ਮੱਝਾਂ ਦੀਆਂ ਬਿਮਾਰੀਆਂ ਸੀਗੀਆਂ, ਉਹ ਸਾਰੀਆਂ ਉਹਦੇ 'ਤੇ ਪੈ ਗਈਆਂ। ਮਹਾਰਾਜ ਕਹਿੰਦੇ ਉਹ ਤਾਂ ਇੱਥੋਂ ਮੈਂ ਕੀ ਸੇਵਾ ਲਵਾਂ, 6 ਮਹੀਨੇ ਤੋਂ ਖਾਂਦਾ ਰਿਹਾ, ਹੁਣ ਤੇਰੀ ਉਮਰ ਹੀ ਪੂਰੀ ਹੋ ਗਈ, ਬਸ ਇੰਨੀ ਸੇਵਾ ਵੀ ਛੱਡ ਕੇ ਮਰ ਜਾ। ਉਹ ਇੰਨਾ ਬਚਨ ਵੀ ਨਹੀਂ ਮੰਨ ਸਕਿਆ। 8 ਪੈਰ ਮਹਾਰਾਜ ਨੇ ਆਖਿਆ ਸੀ ਉਮਰ ਬਾਕੀ। ਉਹ ਚੋਰ ਚੱਕਿਆਂ ਨੇ, ਉਹ ਜਿਹੜਾ ਮੇਰਾ ਧਾੜਵੀ ਸੀਗਾ, ਉਹਨੇ ਆਪਦਾ ਮਾਲ ਉਹਦੇ ਗਲ ਪਾਤਾ। ਉਹਨੇ ਲਾਲਚ 'ਚ ਆ ਕੇ ਲੈ ਲਿਆ। ਕੋਈ ਵੀ ਚੀਜ਼ ਆਪਾਂ ਨੂੰ ਕੋਈ ਦਿੰਦਾ ਹੈ, ਆਪਾਂ ਪੁਣ ਛਣ ਕਰਕੇ ਕੋਰਟ ਕਚਹਿਰੀਆਂ 'ਚ ਨਾ ਕਰਾਉਂਦੇ ਆ, ਡਾਕੂਮੈਂਟ ਬਕਾਇਦਾ ਉਹਦੇ ਚੈੱਕ ਕਰਦੇ ਆ। ਜੇ ਤਾਂ ਬਿੱਲ ਹੀ ਕੋਈ ਨਹੀਂ, ਕੋਈ ਕਾਗਜ਼ ਹੀ ਨਹੀਂ, ਮਤਲਬ ਚੀਜ਼ ਚੋਰੀ ਦੀ ਹੈ। ਤੇ ਉਹਨੇ ਕਹਿ ਦਿੱਤਾ ਵੀ ਠੀਕ, ਮੈਂ ਚੋਰਾਂ ਦੀ ਚੋਰੀ ਕੀਤੀ ਹੈ, ਤੇ ਇੱਕ ਮੈਨੂੰ ਬਚਨ ਮਹਾਰਾਜ ਦਾ ਅਰਦਾਸ ਕਰ ਦੇ, ਬਾਕੀ ਤੂੰ ਸਭ ਫਰੀ ਲੈ ਲਾ। ਲਾਲਚ ਵਿੱਚ ਆ ਕੇ ਉਹਨੇ ਅਰਦਾਸ ਕਰਤਾ ਗੁਰਾਂ ਦਾ ਬਚਨ, ਪਰ ਉਮਰ ਪੂਰੀ ਹੋਈ ਸੀ। ਰਾਜੇ ਦੇ ਬੰਦਿਆਂ ਨੇ ਉਹਨੂੰ ਫੜ ਕੇ ਅੱਗ 'ਚ ਸੁੱਟ ਕੇ ਮਾਰ ਦਿੱਤਾ। ਮੇਰਵਾ ਧਾੜਵੀ ਜਿਹੜਾ ਸੀਗਾ ਸਾਧ ਸੰਗਤ ਜੀ, ਉਹ ਬਚ ਗਿਆ। ਜਿਹੜੀ ਅੱਗ ਸੀਗੀ ਉਹ ਲਟਾ ਲਟ ਬਲਦੀ ਠੰਡੀ ਹੋ ਗਈ। ਉਹ ਤਾਂ ਵਿੱਚ ਆਪਦੀ ਮਰਜ਼ੀ ਨਾਲ ਬੈਠ ਗਿਆ, ਜਿਉਂਦਾ ਹੀ ਬਾਹਰ ਨਿਕਲ ਆਇਆ ਤੇ ਇਹਨੂੰ ਫਾਇਲ ਲਾ ਕੇ ਮਾਰਤਾ। ਇੰਜ ਜਿਹੜੇ ਲੋਭੀ ਮਨੁੱਖ ਹੁੰਦੇ ਨੇ, ਲਾਲਚੀ ਹੁੰਦੇ ਨੇ, ਕੇਵਲ ਪੈਸੇ ਦੇ ਯਾਰ ਹੁੰਦੇ ਨੇ, ਕੁਛ ਵੀ ਕਰ ਸਕਦੇ ਨੇ। ਇੱਥੇ ਤਾਂ ਉਹ ਸੁੱਖ ਭੋਗਦੇ ਨੇ, ਨਾਮ ਜੀ ਉਹ ਨਹੀਂ ਜਪਦੇ। ਲਾਲਚੀ ਬੰਦਿਆਂ ਨੂੰ ਰੱਬ ਦੀ ਦਰਗਾਹ 'ਚ ਜਿਹੜਾ ਉਹਨਾਂ ਨੇ ਧਰਮ ਕਮਾਮ ਦੇ ਨਾਨਕ ਦੀ ਮਤਾਂ ਧਰਮ ਰਾਏ। ਅੱਜ ਕੱਲ੍ਹ ਨਵਾਂ ਹੀ ਸਟੰਡ ਚੱਲਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਹਨਾਂ ਕਿਹੜਾ ਬੋਲਣਾ, ਅੱਠੇ ਪੈਰਾ ਵੀ ਨਹੀਂ ਹੁੰਦਾ, ਕਿਉਂਕਿ ਗੁਰੂ ਘਰ ਦਾ ਨਾਲ ਵੈਰ ਹੈ ਨਹੀਂ। ਮਹਾਰਾਜ ਤਾਂ ਸ਼ਾਂਤਮਈ ਸ਼ੁਭ ਉਪਦੇਸ਼ ਬਖਸ਼ਦੇ ਨੇ, ਇਸ ਲਈ ਇੰਨੀ ਸਿਕਿਉਰਿਟੀ ਨਹੀਂ ਹੈ। ਤੋ ਜਿਹੜਾ ਮੂੰਹ ਚੁੱਕਦਾ ਮਹਾਰਾਜ ਦੀ ਬੇਦਬੀ ਕਰਨ ਆ ਤੁਰਦਾ। ਪਤਾ ਨਹੀਂ ਕਿਹੜੇ ਲੋਕ ਪੈਸੇ ਦੇ ਲਾਲਚ ਦੇ ਕੇ ਇਹੋ ਜਿਹੇ ਪਾਪੀ ਲੋਕਾਂ ਨੂੰ ਇੱਥੇ ਤਾਂ ਭਾਵੇਂ ਬਚ ਜਾਣ, ਫਿਰ ਤੁਸੀਂ ਦੱਸੋ ਵੀ ਧਰਮ ਰਾਜਾ ਛੱਡੂਗਾ? ਕਦੀ ਨਹੀਂ ਛੱਡੂਗਾ। ਗੁਰੂ ਜੀ ਤਾਂ ਗੁਰੂ ਅਰਜਨ ਸਾਹਿਬ ਤਾਂ ਤਤੀ ਤਵੀ ਤੇ ਬੈਠ ਗਏ ਸੀ, ਪਰ ਵਿਧੀ ਚੰਦ ਨੂੰ ਭਾਈ ਪੁਰਾਣੇ ਨੂੰ ਤਾਂ ਗੁੱਸਾ ਆਇਆ।
ਤੋ ਇਸ ਲਈ ਸਜ਼ਾ ਤਾਂ ਮਿਲਦੀ ਅੱਜ ਨਹੀਂ, ਭਲਕੇ ਨਹੀਂ ਪਰਸੋਂ ਮਹਾਰਾਜ ਨਹੀਂ ਦਊਗਾ ਤਾਂ ਕੋਈ ਹੋਰ ਫੜ ਕੇ ਸਜ਼ਾ ਦੇ ਦੇਗਾ। ਇਸ ਵਾਸਤੇ ਜਿਹੜੇ ਲੋਕ ਸਪਾਰੀਆਂ ਲੈ ਕੇ ਕਤਲ ਤਾਂ ਕਰ ਦਿੰਦੇ ਨੇ, ਰਾਜਨੀਤਿਕ ਲੋਕ ਪੈਸੇ ਦੇ ਕੇ ਕਈ ਕੁਛ ਕਰਾਉਂਦੇ ਨੇ, ਲਾਲਚੀ ਬੰਦਾ ਇੱਥੇ ਪੈਸੇ ਲੈ ਕੇ ਬੁਰੇ ਕਰਮ ਕਰਦਾ ਹੈ। ਜੇ ਵਰਤਨ ਦਾ ਸਮਾਂ ਮਿਲੇ ਤਾਂ ਪਰਲੋਕ ਵਿੱਚ ਨਹੀਂ ਛੁੱਟ ਸਕਦਾ, ਨਹੀਂ ਤੇ ਇੱਥੇ ਵੀ ਵਰਤਨ ਦਾ ਸਮਾਂ ਨਹੀਂ ਮਿਲਦਾ। ਮਹਾਰਾਜ ਦੀ ਦਰਗਾਹ ਬੜੀ ਪ੍ਰਬਲ ਹੈ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਸੱਚਿਆਂ ਦਾ ਨਿਬੇੜਾ ਹੁੰਦਾ ਹੈ, ਝੂਠਿਆਂ ਨੂੰ ਵੱਖਰਾ ਕੱਢ ਕੇ ਮੱਖਣੀ ਦੇ ਵਾਲ ਦੀ ਤਰ੍ਹਾਂ ਪਰਾਂ ਸੁੱਟ ਦਿੱਤਾ ਜਾਂਦਾ, ਸਜ਼ਾ ਮਿਲਦੀ ਹੈ। ਕਹਿ ਨਾਨਕ ਸਭ ਕੋ ਕਰਿ ਸਤਿਗੁਰੂ ਸਾਹਿਬ ਕਿ ਹੇ ਗੁਰਸਿੱਖੋ, ਇੰਜ ਸਭ ਕੋਈ ਉਸ ਕਰ ਰਿਹਾ ਹੈ। ਸੇ ਪਰ ਉਸ ਜਗ੍ਹਾ ਦੇ ਵਿੱਚ ਉਹੀ ਹੁੰਦੇ ਨੇ ਜਿਨ੍ਹਾਂ ਹਰੀ ਪ੍ਰਮਾਤਮਾ ਦੇ ਨਾਲ ਆਪਣੇ ਚਿੱਤ ਨੂੰ, ਮਨ ਨੂੰ ਲਾਇਆ ਹੋਇਆ ਹੈ। ਅੰਗੀਕਾਰ ਕਰਦਾ ਆਇਆ। ਇਹ ਗੁਰਸਿੱਖੋ, ਉਹ ਪ੍ਰਭੂ ਆਪਣੇ ਭਗਤਾਂ ਦਾ ਹਰ ਸਮੇਂ ਪੱਖ ਕਰਦਾ ਆਇਆ ਹੈ। ਕਰਤਾ ਆਪਣਾ ਰੂਪ ਦਿਖਾਇਆ। ਦੇਖ ਲਓ, ਉਸ ਕਰਤਾ ਪੁਰਖ ਨੇ ਪ੍ਰਹਿਲਾਦ ਦੀ ਰੱਖਿਆ ਲਈ ਆਪਣਾ ਨਰਸਿੰਘ ਦਾ ਰੂਪ ਧਾਰਨ ਕਰਕੇ ਵਿਖਾਇਆ, ਦੁਨੀਆ ਨੂੰ ਦਿਖਾਇਆ ਵੀ ਵੇਖ ਲਓ ਲੋਕੋ, ਇੰਜ ਜੇ ਕੋਈ ਭਗਤਾਂ ਨਾਲ ਵੈਰ ਕਰੇਗਾ ਮੈਂ ਉਹਨੂੰ ਬਖਸ਼ਾਂਗਾ ਨਹੀਂ। ਬ੍ਰਹਮ ਬੇਤਿਆਂ ਨੂੰ ਕਰਤਾ ਪੁਰਖ ਨੇ ਆਪਣਾ ਸਤ ਚਿਤ ਆਨੰਦ ਸਰੂਪ ਪ੍ਰਗਟ ਕਰਕੇ ਵਿਖਾਲ ਦਿੱਤਾ ਹੈ। ਪੈਰਾਓ ਮਹਲਾ ਤੀਜਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੂੰ ਹੀ ਬਣ ਆਵੇ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਭੈਰੋਂ ਰਾਗ ਦੇ ਵਿੱਚ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ। ਜਿਨ੍ਹਾਂ ਨੇ ਗੁਰਾਂ ਦੀ ਸੇਵਾ ਟਹਿਲ ਕੀਤੀ ਹੈ, ਗੁਰਾਂ ਦੀ ਸੇਵਾ ਟਹਿਲ ਤੋਂ ਉਹਨਾਂ ਮ੍ਰਿਤੂ ਤੋਂ ਰਹਿਤ ਕਰਨੇ ਵਾਲਾ ਬ੍ਰਹਮਾਨੰਦ ਰੂਪ ਜਾਂ ਅੰਮ੍ਰਿਤ ਨਾਮ ਰੂਪੀ ਫਲ ਪਾਇਆ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਧਾਨ। ਹਉਮੈ ਤ੍ਰਿਸ਼ਨ ਬੁਝਾਈ। ਉਹਨਾਂ ਨੇ ਆਪਣੇ ਅੰਦਰੋਂ ਹੰਗਤਾ, ਮਮਤਾ ਅਤੇ ਰਸਾਂ ਕਸਾਂ ਦੀ ਅਤ੍ਰਿਪਤੀ ਇਹ ਮੇਟ ਦਿੱਤੀ, ਨਿਵਰਤ ਕਰ ਲਈ ਹੈ। ਹਰ ਕਾ ਨਾਮ ਹਿਰਦੈ ਮਨ ਵਸਿਆ। ਹਰੀ ਪਰਮਾਤਮਾ ਦਾ ਨਾਮ ਜਿਨ੍ਹਾਂ ਦੀ ਅੰਤःਕਰਣ ਦੀ ਅਸਥਾਨ ਮਨ ਵਿੱਚ ਵਸ ਗਿਆ ਹੈ। ਮਨਸਾ ਮਨ ਹੈ ਸਮਾਈ। ਉਹਨਾਂ ਦੀਆਂ ਵਾਸ਼ਨਾਵਾਂ ਮਨ ਦੇ ਵਿੱਚ ਹੀ ਲੈ ਹੋ ਗਈਆਂ ਹਨ। ਹਰ ਜੀਓ ਮੇਰੇ ਪਿਆਰੇ ਹਰੀ ਪ੍ਰਭੂ ਜੀਓ, ਕਿਰਪਾ ਕਰੋ ਮੇਰੇ ਪਿਆਰੇ। ਤੁਸੀਂ ਮੇਰੇ ਪਿਆਰੇ ਪਰਮਾਤਮਾ ਜੀ ਹੋ, ਮੇਰੇ ਉੱਪਰ ਆਪਣੀ ਮਿਹਰ ਦੀ ਦ੍ਰਿਸ਼ਟੀ ਕਰੋ ਜੀ। ਦਇਆ ਕਰੋ ਦਇਆਲ। ਕਾਦੀ ਦਇਆ ਮੰਗਦਾ ਗੁਰਮੁਖਾ, ਆਪਣੀ ਸਿਫਤ ਦੇਹੋ। ਸਾਡੇ ਕੋਲ ਪੈਸਾ ਵੀ ਬਹੁਤ ਹੈ ਜੀ, ਰੋਟੀ ਵੀ ਬੜੀ ਹੈ, ਕੱਪੜਾ ਵੀ, ਅਲਮਾਰੀਆਂ ਭਰੀਆਂ ਪਈਆਂ ਨੇ, ਬਾਲ ਬੱਚੇ ਵੀ ਤੰਦਰੁਸਤ ਨੇ, ਸਾਨੂੰ ਬਿਮਾਰੀ ਕੋਈ ਨਹੀਂ। ਆਪ ਦਾ ਦਿੱਤਾ ਸਭ ਕੁਝ ਸਾਡੇ ਕੋਲ ਹੈ ਜੀ। ਬਸ ਸਾਡੇ ਮਨ ਨੂੰ ਸ਼ਾਂਤੀ ਨਹੀਂ ਹੈ, ਭਟਕਣਾ ਹੈ। ਆਪ ਕਿਰਪਾ ਕਰੋ, ਦਇਆ ਕਰੋ, ਸਾਨੂੰ ਆਪ ਦੀ ਸਿਫਤ ਰਸਨਾ ਨਾਲ ਉੱਚੀ ਬੋਲ ਕੇ ਕਰਨ ਦੀ ਦਾਤ ਬਖਸ਼ੋ।
ਬੋਲਣ ਦੀ ਜਾਚ ਆ ਜਾਏ, ਅਸੀਂ ਤਰੀਕੇ ਨਾਲ ਆਪ ਦੇ ਗੁਣਾਂ ਨੂੰ ਪੇਸ਼ ਕਰ ਸਕੀਏ। ਸਾਧ ਸੰਗਤ ਦੇ ਵਿੱਚ ਇਕੱਲੇ ਬੈਠ ਕੇ ਵੀ ਵਾਹਿਗੁਰੂ ਵਾਹਿਗੁਰੂ ਕਰਨ ਦੀ ਜਾਚ ਸਿਖਾਓ। ਤੇ ਮਹਾਰਾਜ ਜਿੰਨਾ ਚਿਰ ਜ਼ਿੰਦਗੀ ਨੇ ਇਹ ਸਵਾਸ ਨੇ, ਆਪ ਕਿਰਪਾ ਕਰੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਾਡੇ ਮਨ ਦੇ ਵਿੱਚ ਇਹ ਚਾਅ ਬਣਿਆ ਰਹੇ। ਇਹ ਕੰਮ ਮਹਿਸੂਸੀਆਂ ਵਾਲਾ ਨਹੀਂ, ਉਦਾਸੀ ਵਾਲਾ ਨਹੀਂ, ਐਕਟੀਵਿਟੀ ਵਾਲਾ। ਜਿਵੇਂ ਆਪਾਂ ਮਸ਼ੀਨ 'ਤੇ ਖੜ੍ਹੇ ਪੂਰੀ ਐਕਟੀਵਿਟੀ ਦੇ ਨਾਲ ਕੰਮ ਕਾਰ ਕਰਦੇ ਹਾਂ, ਡਰਾਈਵਰ ਸਟੀਅਰਿੰਗ ਦੇ ਉੱਪਰ ਅੱਖਾਂ ਖੋਲ੍ਹ ਕੇ ਪੂਰਾ ਸਿੱਧੀ ਧੌਣ ਕਰਕੇ ਰੱਖਦਾ, ਅਤੇ ਹੋਰ ਸਾਰੇ ਕੰਮ ਬੜੀ ਸਾਵਧਾਨੀ ਨਾਲ ਕੀਤੇ ਜਾਂਦੇ। ਇਸ ਤਰ੍ਹਾਂ ਮਹਾਰਾਜ ਸਾਵਧਾਨ ਏਕਾਗਰ ਚੀਤ, ਜਦ ਅਸੀਂ ਆਪ ਦੀ ਹਜ਼ੂਰੀ ਵਿੱਚ ਆਈਏ ਤਾਂ ਪੂਰੀ ਸਾਵਧਾਨੀ ਦੇ ਨਾਲ ਅਸੀਂ ਡਿਊਟੀ ਕਰੀਏ, ਪਹਿਰਾ ਦਈਏ। ਦਿਨ ਰਾਤ ਆਪ ਦੇ ਮਨ ਉੱਪਰ ਪਹਿਰਾ ਰੱਖੀਏ ਕਿ ਜਿਹੜਾ ਮਨ ਹੈ ਉਹ ਵਿਗੜੇ ਨਾ, ਕੋਈ ਹੋਰ ਫੁਰਨਾ ਨਾ ਸੋਚੇ। ਇਸ ਲਈ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਮਨ 'ਚ ਚਾਹ ਬਣਿਆ ਰਹੇ, ਉਦਾਸੀ ਨਾ ਹੋਵੇ, ਬੱਧੋ ਰੁੱਧੀ ਨਾ ਹੋਵੇ, ਜ਼ਬਰਦਸਤੀ ਵਾਲੀ ਬਾਤ ਨਾ ਹੋਵੇ ਵੀ ਗੁਟਕਾ ਫੜਦੇ ਸਿਰ ਪੀੜ ਹੋਣ ਲੱਗ ਪਏ, ਜਾਂ ਬੈਠਾ ਹੀ ਨਾ ਜਾਏ, ਜਾਂ ਨੀਂਦਰ ਹੀ ਆ ਜਾਏ। ਇਸ ਤਰ੍ਹਾਂ ਦੀ ਗੱਲਬਾਤ ਨਾ ਹੋਵੇ, ਸਰੀਰ ਢਿੱਲਾ ਮੱਠਾ ਨਾ ਹੋਵੇ। ਚੜ੍ਹਦੀ ਕਲਾ 'ਚ ਤੇਰੇ ਗੁਣ ਗਾਉਂਦੇ ਰਹੀਏ ਜੀ। ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ, ਹਾਹੀ ਨੂੰ ਔਂਕੜ ਵੀ ਬੋਲਣਾ। ਤੇ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ। ਗੁੰਮ ਸਮਝਿਆ ਹੋ ਜਾਂਦਾ ਮਾੜਾ ਜਿਹਾ, ਗੁੰਮ ਸਮਝਿਆ। ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ। ਹੇ ਮਹਾਰਾਜ, ਆਪ ਦੇ ਦਰਸ਼ਨ ਵੇਖ ਕੇ ਅਸੀਂ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਈਏ। ਇਹ ਮਨ ਵਿੱਚ ਸਾਡੇ ਪ੍ਰੀਤੀ ਬਣੀ ਰਹੇ ਜੀ। ਆਪ ਕਿਰਪਾ ਕਰੋ, ਮੇਰ ਦੀ ਦ੍ਰਿਸ਼ਟੀ ਕਰੋ ਜੀ। ਅਨ ਦਿਨ ਹਰ ਗੁਣ ਦੀਨ ਜਨ ਮੰਗੈ। हे प्रभु जी, मैं गरीब, मैं सेवक तेरे पासों रात दिन तेरे गुण गाउने मंगदा हां। गुर कै शब्द उतारे। हे महाराज, गुरां दे उपदेश द्वारा तू अनेकां ही जीव तारना कीते ने, सानू भी गुरां दे नाल मिला। क्योंकि गुरुद्वारे गुण गाए जाते हैं, और जितने मर्जी चले जाओ, भावें किसी साधु संत के कोल भी चले जाओ, वो भी दुनियावी गल्लां करूँगा। आ मुंडा बाहर चला गया, किन्नी कुछ कमाई है, महीने की तनख्वाह किन्नी कुछ है, की है जी, ऐ जी ओं जी। रब का नाम तो एक गुरु घर कीर्तन के रूप च ही मिलता है। सो सब जगह के उपर निंदिया है, चुगली है, दुनियावी गल्लां बातां, किते रिश्तेदार मित्रां दोस्तां विआहां शादियां दी मैं वेखिया भी 4-5 घंटे रहीदा, नच लिया, गा लिया, कदी बर्फी, कदी लड्डू, कदी खांदे ही रहीदा। दसो काम ही कोई नहीं होर। जिहड़ा हुंदा उत्थे लोग पहुंचते ही नहीं। शीशे दी करो ਜਿਹੜਾ ਬੰਦਾ 4 ਵਜੇ ਬਰਾਤ ਲੈ ਕੇ ਕਲਗੀ ਕੁਲਗੀ ਲਾ ਕੇ, ਉਹ ਬਾਬਾ ਵਿਚਾਰਾ ਪਹਿਲਾਂ ਹੀ ਖਬੀ ਹੁੰਦਾ, ਲੌਸਮੈਂਟ ਕਰਦਾ ਛੇਤੀ। ਜਿਉਂ ਸਵੇਰ ਤੋਂ ਵਿਚਾਰਾ ਉੱਠਿਆ, ਉਹਨੇ ਆਪਦੇ ਘਰ ਜਾ ਕੇ ਮੁੜ ਕੇ ਰਹਿਰਸ ਦੇ ਪਾਠ ਦੀ ਤਿਆਰੀ ਵੀ ਕਰਨੀ ਹੈ। ਤੋ ਇਸ ਲਈ ਫਿਰ ਕਾਹਲੀ ਤਾਂ ਹੋਣੀ ਹੈ। 4 ਵਜੇ ਆਨੰਦ ਕਾਰਜ ਕੋਈ ਟਾਈਮ ਥੋੜ੍ਹਾ, ਦੂਜਿਆਂ ਨੂੰ ਸੁੱਕਣੇ ਪਾਈ ਰੱਖਣਾ। ਤੋ ਇਸ ਲਈ ਹਰੇਕ ਕੰਮ ਦੇ ਵਿੱਚ ਪਰੇਸ਼ਾਨੀ, ਭਾਵੇਂ ਖੁਸ਼ੀ ਦਾ ਮੌਕਾ ਵੀ ਹੈ, ਫਿਰ ਵੀ ਬੰਦਾ ਮੁੜਕੋ ਮੁੜਕੀ ਹੋਇਆ ਪਿਆ, ਪਰੇਸ਼ਾਨ ਹੋਇਆ ਪਿਆ। ਮਨ ਦੇ ਵਿੱਚ ਸੁੱਖ ਨਹੀਂ, ਆਨੰਦ ਨਹੀਂ, ਸਕੂਨ ਨਹੀਂ ਹੈ, ਰਸ ਨਹੀਂ ਹੈ। ਇੱਕੋ ਇੱਕ ਗੁਰਦੁਆਰਾ ਹੈ, ਇੱਥੇ ਤੁਹਾਨੂੰ ਸਭ ਕੁਝ ਖਾਲੀ ਦਿਖੂਗਾ, ਕੁਛ ਨਹੀਂ ਦਿਖੇਗਾ। ਸੋਚੋਗੇ ਵੀ ਕੁਛ ਵੀ ਨਹੀਂ ਹੈ, ਤੇ ਪਰ ਵੜਦਿਆਂ ਸਾਰੀ ਮਨ ਸ਼ਾਂਤ ਹੋ ਜਾਂਦਾ ਹੈ। कोई इत्थे नचना नहीं, कोई गाना नहीं, कोई गल नहीं, कोई बात नहीं। तो बस वाहिगुरु दे गुण, महाराज का नाम तुहाडे कन्नां च पएगा। इसलिए कहंदे तपत माहे ठांड वरताई, आनंद भया दुख न ठे पाई। ये हर जियो साडे ते ऐसी कृपा करो।
ਮੈਂ ਗਰੀਬ ਤੇ ਸੇਵਕ ਤੇਰੇ ਪਾਸੋਂ ਦਿਨ ਰਾਤ ਤੇਰੇ ਗੁਣ ਗਾਉਣੇ ਮੰਗਦਾ ਹਾਂ, ਤੇ ਸਾਨੂੰ ਗੁਰਦੁਆਰੇ ਲਿਆ, ਗੁਰਾਂ ਦੇ ਨਾਲ ਮਿਲਾਪ ਕਰਾ, ਤਾਂ ਕਿ ਅਸੀਂ ਗੁਰਾਂ ਦੇ ਉਪਦੇਸ਼ ਦੁਆਰਾ ਜਿਹੜੇ ਅਨੇਕਾਂ ਜੀਵਨ ਤੋਂ ਉਤਾਰੇ ਨੇ ਉਹਨਾਂ 'ਚ ਅਸੀਂ ਵੀ ਤਰ ਜਾਈਏ ਜੀ। ਬਦੋ ਬਦੀ ਗੁਰੂ ਘਰ ਦੇ ਵਿੱਚ ਇਨਸਾਨ ਤਰ ਜਾਂਦਾ, ਭਾਵੇਂ ਉਹਦਾ ਦਿਲ ਨਾ ਵੀ ਕਰੇ ਤਰਨ। ਮਹਾਰਾਜ ਕੁਦਰਤੀ ਸੁਧਾਰ ਦਿੰਦਾ। ਜਹਾਜ਼ ਦੇ ਵਿੱਚ ਜੇ ਕੋਈ ਬੈਠ ਕੇ ਆਖੇ ਕਿ ਮੈਂ ਪਾਰ ਨਹੀਂ ਹੋਣਾ ਜੀ, ਜਹਾਜ਼ ਤਾਂ ਚੱਲ ਪਿਆ, ਉਹਨੇ ਅਗਲੀ ਮੰਜ਼ਿਲ ਤੇ ਉਹਨੇ ਪਾਰ ਲੰਘਾ ਹੀ ਦੇਣਾ ਹੈ। ਕਿ ਭਾਵੇਂ ਕੋਈ ਬੰਦਾ ਸੌਂ ਹੀ ਜਾਏ, ਭਾਵੇਂ ਕੁਛ ਵੀ ਨਾ ਕਰੇ, ਫਿਰ ਵੀ ਜਹਾਜ਼ ਜੂਆ ਤੇ ਚੜਿਆ ਨਾਲ ਮਿਲਾਇਆ, ਗੁਰੂ ਅੰਗਦ ਦੇਵ ਨੂੰ ਗੁਰੂ ਨਾਨਕ ਸਾਹਿਬ ਨਾਲ ਮਿਲਾਇਆ। ਆਪ ਕਿਰਪਾ ਕਰੋ ਜੀ। ਗੁਰੂ ਅੱਜ ਲੰਘ ਕੇ ਗਿਆ, ਔਰ ਦੇ ਚੌਂਕ ਵਿੱਚ ਖੜ ਕੇ ਘੁੰਗਣੀਆਂ ਵੇਚ ਰਹੇ ਸਨ। ਸੰਗਤ ਦੇ ਰਾਹੀਂ ਆਪ ਨੇ ਪੰਜਵਾਲ ਸਾਹਿਬ ਗੁਰੂ ਅਮਰਦਾਸ ਦੇ ਚਰਨਾਂ 'ਚ ਬਚਾਇਆ। ਸਾਡੀ ਕਿਰਪਾ ਕਰੋ ਜੀ, ਸਾਨੂੰ ਗੁਰਾਂ ਦੇ ਨਾਲ ਮਿਲਾ ਕੇ ਸਰਵਣ ਕਰਾ ਕੇ ਸਾਨੂੰ ਵੀ ਰਹਾਉ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਸੰਤ ਜਨਾ ਕੋ ਜੋਹੇ ਨਾ ਯਮਦੂਤ ਵੀ ਨਹੀਂ ਸਕਦਾ ਹੈ। ਦੇਖਣ ਥੋੜੀ ਮਾਤਰ ਵੀ ਦਾ ਅੰਚ ਸਿੱਖ ਨਹੀਂ ਪਤਰ ਹੈ ਸੰਗਲੇ ਕੁਲ ਤਰ ਹੈ। हे ਪ੍ਰਮਾਤਮਾ, ਜੋ ਵੀ ਜੋ ਤੇਰੀ ਸਰਣਾਈ, ਜਿਹੜੀ ਸ਼ਰਨ ਵਿੱਚ ਪਏ ਨੇ ਉਹ ਆਪ ਵੀ ਸੰਸਾਰ ਸਮੁੰਦਰ ਤੋਂ ਤਰਦੇ ਨੇ ਅਤੇ ਆਪਣੇ ਸਾਰੇ ਕੁਲ ਵੀ ਤਾਰ ਲੈਂਦੇ ਹਨ। ਆਪ ਤਰੇ ਤਾਰੀਨ ਸਿਰਠ, ਭਗਤਾਂ ਕੀ ਪੈਜ ਰੱਖੈ ਤੂੰ ਆਪੇ। ਪਰਮਾਤਮਾ ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛਡਾਇਆ। ਤੂੰ ਆਪਣੇ ਭਗਤਾਂ ਦੀ ਸੰਤਾਂ ਦੀ ਲੋਕ ਹਰ ਪਰਲੋਕ ਦੇ ਵਿੱਚ ਇੱਜ਼ਤ ਪਤ ਰੱਖਦਾ ਹੈ। ਦੁਨੀਆ ਦੇ ਵਿੱਚ ਸਭ ਕੁਝ ਸੌਖਾ ਹੈ। ਲੋਕ ਸਮਝਦੇ ਵੀ ਪੈਸਾ ਕਮਾਉਣਾ ਔਖਾ, ਮੈਂ ਕਹਿਣਾ ਪੈਸਾ ਕਮਾਉਣਾ ਸਭ ਤੋਂ ਸੌਖਾ। ਆਪਦੇ ਕੱਪੜੇ ਲਾਹ ਦਿਓ, ਮਾਫ ਕਰਨਾ, ਤੇ ਸਟੇਜ ਤੇ ਚੜ ਜਾਓ। ਸੁਰ ਭਾਵੇਂ ਤੁਹਾਡੀ ਕੋਈ ਲੈ ਜਾਂ ਤਾਲ ਬਿਲਕੁਲ ਨਾ, ਨਕੰਮਾ ਬੰਦਾ ਸਰਸੇ ਵਾਲਾ, ਨਿੰਦਿਆ ਨਹੀਂ ਹੈ। ਮੈਂ ਆਪ ਸੁਣਿਆ ਉਹਦਾ ਪ੍ਰੋਗਰਾਮ, ਮੋਬਾਈਲਾਂ ਤੇ ਸਭ ਕੁਛ ਆਉਂਦਾ। ਆ ਸਾਉਣ ਦਾ ਮਹੀਨਾ ਆਇਆ ਜੀ, ਭਾਦਰੋਂ ਦਾ ਤੈਨੂੰ ਕੀ, ਧੀਆਂ ਭੈਣਾਂ ਸਾਧ ਸੰਗਤ ਰੱਬ ਦਾ ਨਾਮ ਲੈਣ ਵਾਸਤੇ ਆਈ ਹੈ। ਸਾਉਣ ਦਾ ਮਹੀਨਾ ਜੀ, ਗੁਣਗੁਣੇ ਖਾਓ ਜੀ। ਨਾ ਸੁਰ ਨਾ ਤਾਲ, ਨਕੰਮੇ ਬੰਦੇ ਦੀ ਝਾਟਾ ਖਿਲਾਰਿਆ ਹੋਇਆ, ਸਿਰ ਨੰਗਾ, ਨੱਚੀ ਜਾਏ। ਨੱਚਣ ਦੀ ਵੀ ਨਹੀਂ ਜਾਚ, ਕੁਛ ਵੀ ਨਹੀਂ ਤੁਹਾਨੂੰ ਆਉਂਦਾ। ਅਮਰਾਸੀਆਂ ਭੰਡਾਂ ਦੀ ਤਰ੍ਹਾਂ ਬਸ ਅੱਡੀ ਭੜਕਾਓ ਢੋਲ ਦੇ ਡੱਗੇ ਤੇ, ਜਿੰਨੇ ਮਰਜ਼ੀ ਨੋਟ ਲੋਕ ਸਿਰ ਤੋਂ ਮਾਰ ਕੇ ਸੁੱਟਦੇ ਨੇ। ਪਿੰਡਾਂ 'ਚ ਦੁਨੀਆ ਨੇ ਲਿਖ ਕੇ ਲਾਇਆ ਹੋਇਆ ਵੀ ਬਾਬੇ ਜਿਹੜੇ ਭੰਡ ਨੇ ਆਖੋ ਸਰੇ 2000 ਪੇਟਾ, ਤੇ ਕੀਰਤਨ ਦੀ ਤੁਸੀਂ ਦੱਸੋ। 3 ਰਾਗੀ ਸਿੰਘ ਹੁੰਦੇ ਨੇ, ਵਿਚਾਰੇ ਮੋਢਿਆਂ ਦੀ ਚੁੱਕ ਕੇ ਵਾਜੇ ਲੈ ਕੇ ਜਾਂਦੇ ਆ, ਤੇ ਕਿੰਨਾ ਕਿੰਨਾ ਚਿਰ ਉਡੀਕਦੇ ਰਹਿੰਦੇ। ਕੀਰਤਨ ਦੀ ਪੇਟਾ ਦੱਸੋ, 500 ਰੁਪਇਆ ਤਨਖਾਹਾਂ। 3 ਬੰਦਿਆਂ ਦੀਆਂ 2-2 3-3 ਹਜ਼ਾਰ ਵੀ ਨਹੀਂ ਆਉਂਦਾ।
तो इस वास्ते पैसा कमाना कोई औखा नहीं है। बेसवामां दे कोल गाने 3 मिनट के होंदे करोड़ रुपये च अगले सौदा करते हैं। आ जिहड़ा सूफी फकीर बनिया फिरदा गुरदास मान ते घंटे का प्रोग्राम करदा रुपया 7 लाख। जे कोई डिमांड कर दे कहते पुत लाख रुपया होर देना पऊगा। ये संत बनया फिरदा। क्यों गाउण वाले स्टंट बड़ा करते हैं। संत तां असीं भी अपने आप नूं खवाउंदे आ, पर पैसे खातर लालच खातर गाउणा बजाउणा कोई साधुपना नहीं हुंदा। जिन्हां दा ओह ना लैंदे ने बुल्ले शाह दी रिस किन्ने कर देनी होए दसो। ਉਹ ਕਵਾਲੀਆਂ ਗਾਉਂਦੇ ਨੇ ਬੁੱਲੇ ਦੀਆਂ, ਜਿਹੜਾ ਸਾਰੀ ਉਮਰ ਡਾਂਗ ਦੇ ਡੇਰਾ। ਜਿੰਨੇ ਬੰਦਗੀ ਭਗਤੀ ਕੀਤੀ ਹੈ, ਤੁਸੀਂ ਪੈਸੇ ਦੇ ਪੀਰ ਹੋ। ਦੱਸੋ ਉਹਦੀ ਬਰਾਬਰੀ ਕੋਈ ਕਰ ਸਕਦਾ? ਘੁੰਗਰੂ ਪਾ ਕੇ ਨੱਚਣਾ ਕੋਈ ਔਖਾ ਨਹੀਂ ਹੈ। ਕਹਿਣ ਦਾ ਮਤਲਬ ਇਹ ਹੈ ਵੀ ਇਸ ਦੁਨੀਆ ਦੇ ਵਿੱਚ ਇੱਜ਼ਤ ਕਮਾਉਣੀ ਔਖੀ ਹੈ। कलयुग का भयानक समा है, ये इज्जत पत बचानी औखी है। सो बाकी सब कुछ सौखा। कहते भगतां की पैज रखे तू आपे। दुनिया तो मिनट च ही तारो तार कर देंदी है। इसलिए सगे प्यो ने वेखो वैर कमाया। भगत प्रहलाद की इज्जत मिट्टी च मिली हुई सी। जेकर महाराज ना आउंदा 1 सेकंड च ਉਹਦਾ काम तमाम कर देना सी। सब लोगों ने हैरान हो जाना सी कि वेखो भगत एवें ही बोलते ने, कोई इन्हां दा रक्षक नहीं। पर धन कलगियां वाले पातशाह गुरु गोबिंद सिंह महाराज जिहड़े तगड़े हो के चढ़दी कला च रहे ते रब ने भी मदद की। आपदी मर्जी नाल शरीर छड्डिया। सतगुरु दे कोल सब कुछ ही गवाच गया, कख पल्ले नहीं रहा। मतलब मैनू माफ़ करना, दुनियावी तरीके दे नाल जोड़ा भी महाराज ने लाता, घोड़ा भी गया। जिहदा घोड़ा ते जोड़ा गया ते जामा भी लीरो लीर। दसो की रहा? पर नहीं, इज्जत सीगी। सतगुरु दे कोल धर्म सीगा। यही चीज़ बड़ी औखी है। और ये लखां ते करोड़ां सब दुनिया की माया तिन्ना लोगों के एक पासे रख दिओ, ये फिर भी बड़ी कीमती है। जे जीवे पत लथी जाए सब हराम जेता किश खाए। महाराज के हौसले बुलंद सीगे। मित्र प्यारे नूं हाल मरीदां दा कहना, तुद बिन रोग रजाइयां दा ओडण, नाग निवासां दी रहण। इज्जत ते धर्म कहते होना चाहिए। जिंदगी की भी कोई लोड़ नहीं। बहुता बुढ़े हो के हड्ड रगड़ते रहना भी कोई नहीं चाहिए। शहीदा ने केवल इज्जत मंगी है और उन्होंने सच की गवाही दिंदिया होया आपदा शरीर तक कुर्बान कर दिता। तो वो अजे भी फखर के नाल तौन उच्ची करके जिउंदे ही जागते हैं। अमर शहीद उन्होंने नाम ना लगा होया। संत तुम्हारे तुमरे प्रीतम तिनको काल ना खाते। मित्र प्यारे नूं हाल मरीदां दा कहना, तुद बिन रोग रजाइयां दा ओडण, नाग निवासां दी रहना। सूल सुराही खंजर प्याला, बिंग कसाइयां दा सहना। यारड़ी दा सानू सत्तर चंगा, पठ घटियां दा रहना। ये परमात्मा भगतां की पैज रखे तू आपे। तू आप ही अपने भगतां दी, सेवकां दी, लोक परलोक दे विच इज्जत रखदा है। अज भला कितनी तरीक है? 24 अक्तूबर। 6-7 दिन रह गए ने 31 अक्तूबर नूं। की इतिहास है 31 अक्तूबर का? तुसीं दसो। जिन्हां लोकां ने साडी पग नूं मिट्टी विच रोलण दी कोशिश की, धर्म दी पिठ लग गई, सब कुछ टह ढेरी हो गया। इट्टां डिगण दे नाल, गुमट डिगण दे नाल सिੱਖੀ नहीं डिगदी। एकदम सी कि हुण तां सब कुछ गया, सब मारे गए। इन्नी इज्जत खे खराब हुई। पर जदों 31 अक्तूबर चढ़िया साध संगत जी 9:10 ते महाराज ने धर्म का सूरज आकाश में चाढ़ दिता। सिंह आपदी जान का लेखे ला गए, कुर्बान कर गए। पर सिख कौम की डिगी हुई पग फिर साडे सिर ते रख गए ते तौण सवा गिठ फिर उच्ची कर गए। महापुरख बाबे ठाकुर सिंह खालसा पिंडा वाले दी मैं रसना तो सुनिया कि कुर्बानी का संत जरनैल सिंह दी भी बड़ी है। साडे टकसाल दे मुखी होए ने, आपदे प्यो नूं सब कोई वड्डा कहंदा, पर झूठी सिफत
नहीं करनी चाहिए। ਉਹਨਾਂ ਤੋਂ ਵੀ ਵੱਡੇ ਕੌਮ ਦੀ ਡਿੱਗੀ ਪੱਗ ਮਿੱਟੀ 'ਚ ਮਿਲੀ ਹੋਈ ਧਰਮ ਦੀ ਪਿੱਠ ਲੱਗੀ ਦੁਬਾਰ ਤੋਂ ਫਿਰ ਭਲਵਾਨਾਂ ਨੂੰ ਖੜੇ ਕੀਤਾ। ਸ਼ਹੀਦ ਭਾਈ ਬੇਅੰਤ ਸਿੰਘ ਸਾਹਿਬ ਮਜਬੀ ਸਿੰਘ ਮਲੋਏ ਦੇ ਰਹਿਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਸਾਹਿਬ ਕੱਟੜ ਕਾਂਗਰਸੀ ਕਈ ਸਾਲਾਂ ਵਫਾਦਾਰ ਸਨ, ਪਰ ਧਰਮ ਦਾ ਧਰਮ ਹੈ। ਅਮਰ ਛਕ ਕੇ ਤਿਆਰ ਹੋਏ ਔਰ ਉਹਨਾਂ ਦਾ ਸਾਥ ਦਿੱਤਾ। ਗੁਰਦਾਸਪੁਰ ਜ਼ਿਲ੍ਹੇ ਦੇ ਗੁਰਮੁਖ ਪਿਆਰੇ ਭਾਈ ਸਤਵੰਤ ਸਿੰਘ ਜੀ ਨੇ। ਮਹਾਂਪੁਰ ਕਹਿੰਦੇ ਇਹਨਾਂ ਦੋਨਾਂ ਯੋਧਿਆਂ ਦੀ ਬੜੀ ਕੁਰਬਾਨੀ ਹੈ। ਬੇਅੰਤ ਸਿੰਘ ਨੇ ਆਪਦੇ ਬੱਚੇ ਆਪਦੀ ਘਰਵਾਲੀ ਨਹੀਂ ਵੇਖੀ। ਸਤਵੰਤ ਸਿੰਘ ਦੀ ਮੈਰਿਜ ਅਜੇ ਹੋਣ ਵਾਲੀ ਸੀ, ਉਹਨੇ ਵੀ ਸਭ ਕੁਝ ਤਿਆਗ ਦਿੱਤਾ। ਉਹਦਾ ਜਿਹੜਾ ਛੋਟਾ ਭਰਾ ਜਦੋਂ ਵੀ ਮੈਂ ਜਾਵਾਂ ਕੁਦਰਤੀ ਮੈਨੂੰ ਮਿਲ ਪੈਂਦਾ। ਹਰਿਮੰਦਰ ਸਾਹਿਬ ਸ਼੍ਰੋਮਣੀ ਕਮੇਟੀ ਨੇ ਸੇਵਾਦਾਰੀ ਦੀ ਨੌਕਰੀ ਤੇ ਰੱਖਿਆ ਹੋਇਆ, ਤੇ ਉਹ ਦੱਸਦੇ ਵੀ ਜਿੰਨੀਆਂ ਪੈਂਟਾਂ ਸ਼ਰਟਾਂ ਬ੍ਰਾਂਡਡ ਸੀਗੀਆਂ, ਸਰਕਾਰੀ ਨੌਕਰੀ ਕੋਈ ਘਾਟਾ ਥੋੜ੍ਹਾ ਸੀ। ਕਹਿੰਦਾ ਗਾ ਲੈ ਬਈ, ਕਹਿੰਦਾ ਅਜੇ ਮੈਨੂੰ ਆਉਂਦੀਆਂ ਨਹੀਂ। ਕਹਿੰਦੇ ਕੋਈ ਨਹੀਂ, ਤੂੰ ਮੇਰੇ ਵਰਗਾ ਲੰਬਾ ਹੋ ਹੀ ਜਾਣਾ, ਸਾਲ ਠਹਿਰ ਕੇ ਆ ਜਾਣਗੀਆਂ। ਜੀਨਾਂ ਜੂਨਾਂ ਸਭ ਕੱਢ ਕੇ ਸੁੱਟਤੀਆਂ। ਕਹਿੰਦੇ ਮੈਂ ਕਿਹਾ ਤੂੰ, ਕਹਿੰਦੇ ਮੈਨੂੰ ਹੋਰ ਮਹਾਰਾਜ ਦੇ ਦਊਗਾ, ਤੇ ਆ ਤੂੰ ਸਭ ਕੁਝ ਲੈ ਲਾ, ਇਹ ਵਰਤੀ। ਸਭ ਕੁਝ ਮੰਡਦਾ, ਉਹਨੂੰ ਪਤਾ ਹੀ ਸੀਗਾ। ਮਾਤਾ ਦੇ ਪੈਰਾਂ 'ਚ ਬੈਠ ਕੇ ਮਾਫੀ ਮੰਗੀ ਜਾਏ ਵੀ ਮਾਂ ਦੀ ਸੇਵਾ ਨਹੀਂ ਲੱਭਦੀ, ਮਾਤਾ ਮੈਨੂੰ ਮਾਫ ਕਰੀ। ਕਹਿੰਦੇ ਪੁੱਤ ਇਹੋ ਜਿਹੀਆਂ ਗੱਲਾਂ, ਕਹਿੰਦੇ ਕੀ ਪਤਾ ਸਰਕਾਰ ਡਿਊਟੀ ਕਿੱਥੇ ਲਾ ਤੇ ਮੁੜ ਕੇ ਮੁੜੀਏ ਜਾਂ ਨਾ ਮੁੜੀਏ। ਪਹਿਲਾਂ ਹੀ ਸੋਚਿਆ ਹੋਇਆ ਸੀਗਾ ਵੀ ਕੌਮ ਦਾ ਬਦਲਾ ਲੈਣਾ ਹੈ। ਆਪਦੇ ਪੈਲੀ ਖਾਤਰ ਤਾਂ ਹਰੇਕ ਜੱਟ ਆਪਦੇ ਉੱਪਰ ਫੱਟ ਖਾਂਦਾ ਹੈ, ਜੇਲ੍ਹਾਂ 'ਚ ਜਾਂਦਾ, ਪਰ ਕੌਮ ਦੀ ਖਾਤਰ ਜਿਹੜੇ ਸ਼ਹੀਦ ਹੁੰਦੇ ਨੇ ਉਹ ਅਮਰ ਹੋ ਜਾਂਦੇ ਨੇ। ਤਾਂ ਇਸ ਵਾਸਤੇ ਦੁਨੀਆ ਦੇ ਵੱਸ ਹੋਵੇ ਉਹ ਤਾਂ ਰਾਤੋਂ ਦਿਨ ਨਾ ਚੜ੍ਹ ਦੇਣ, ਬੰਦੇ ਨੂੰ ਜਿਉਂਦਾ ਹੀ ਕਬਰ 'ਚ ਦੱਬ ਦੇਣ। ਪਰ ਮਹਾਰਾਜ ਬੜਾ ਬੇਅੰਤ, ਉਹ ਆਪਣੇ ਭਗਤਾਂ ਦੀ ਪਿੱਠ ਨਹੀਂ ਲੱਗਣ ਦਿੰਦਾ। ਤੁਸੀਂ ਵੇਖੋ ਹਰਿਮੰਦਰ ਸਾਹਿਬ ਸ਼ਹੀਦੀ ਗੈਲਰੀ ਬਣ ਰਹੀ ਹੈ। ਸਾਡੇ ਪਿੰਡ ਦੇ 8 ਬੰਦੇ ਗਏ ਸੀ, ਜਿਨ੍ਹਾਂ ਚੋਂ 2 ਬਚੇ। 6 ਦੀਆਂ ਫੋਟੋਆਂ ਉੱਥੇ ਲੱਗੀਆਂ। ਉੱਪਰ ਮਹਾਂਪੁਰਖ ਬਾਬੇ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ। ਨਿਸ਼ਾਨ ਸਾਹਿਬਾਂ ਦੇ ਵਿਚਕਾਰ ਕਦੀ ਸੋਚਿਆ ਨਹੀਂ ਵੀ ਜਗ੍ਹਾ ਮਿਲ ਜਾਊਗੀ। ਉੱਥੇ ਖਲੋਣ ਤੇ ਬੈਠਣ ਦੀ ਜਗ੍ਹਾ ਨਹੀਂ ਹੁੰਦੀ। ਉੱਥੇ ਮਹਾਰਾਜ ਨੇ ਖੁਦ ਆਪ ਕਿਰਪਾ ਕਰਕੇ ਜਗ੍ਹਾ ਪ੍ਰੋਵਾਈਡ ਕਰਾਈ। ਬੇਸਮੈਂਟ ਸ਼ਹੀਦੀ ਗੈਲਰੀ, ਉੱਪਰ ਮਹਾਂਪੁਰਖਾਂ ਦਾ ਸਥਾਨ। ਤੂੰ ਆਪ ਹੀ ਆਪਣੇ ਭਗਤਾਂ ਦੀ, ਸੇਵਕਾਂ ਦੀ ਲੋਕ ਅਤੇ ਪਰਲੋਕ ਦੇ ਵਿੱਚ ਇੱਜ਼ਤ ਰੱਖਦਾ ਹੈ। ਇਹ ਤੇਰੀ ਵਡਿਆਈ ਹੈ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਰਤਾ ਨਚੈ ਨੰਗ। ਤੋ ਇਸ ਤਰ੍ਹਾਂ ਸਭ ਕੁਝ ਝੂਠ ਹੈ। ਇੱਕ ਆਪ ਜੀ ਦੀ ਬਖਸ਼ਿਸ਼ ਸਭ ਤੋਂ ਉੱਤਮ ਹੈ, ਜਿਹਦਾ ਧਰਮ ਹੈ, ਜਿਹਦੀ ਇੱਜ਼ਤ ਹੈ। ਸਮਝ ਲਓ ਕਿ ਉਹ ਲੋਕ ਪਰਲੋਕ ਦਾ ਰਾਜਾ ਹੈ। ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਜਨਮ ਜਨਮ ਕੇ ਕਿਲ ਵਿਖ ਦੁਖ ਕਾਟਾ ਹੈ। ਪ੍ਰਭੂ ਤੂੰ ਆਪਣੇ ਭਗਤਾਂ ਦੇ ਜਨਮਾਂ ਜਨਮਾਤਰਾਂ ਦੇ ਪਾਪ ਅਤੇ ਜੰਮਣ ਮਰਨ ਦੇ ਦੁੱਖ ਕੱਟ ਦਿੰਦਾ ਹੈ। ਦੁਬਦਾ ਰਤੀ ਨਾਰਾਈ, ਉਹਨਾਂ ਅੰਦਰ ਰਾਈ ਦੇ ਦਾਣੇ ਜਿੰਨੀ ਰਤੀ ਮਾਤਰ ਵੀ ਦਵੈਤ ਭਾਂਤਰੀ ਭ੍ਰਾਂਤੀ ਨਹੀਂ ਰਹਿੰਦੀ ਹੈ। ਹਮ ਮੂੜ ਮੁਗਧ ਕਿਸ ਬੂਝਹ ਨਾਹੀ। ਹੇ ਪ੍ਰਭੂ ਅਸੀਂ ਜੀਵ ਸ਼ਾਸਤਰ ਗਿਆਨ ਤੋਂ ਹੀਣ, ਮੂਰਖ ਪਰਮਾਰਥ ਵੱਲੋਂ ਬੇਸਮਝ ਹੋਏ, ਕੁਝ ਵੀ ਸਮਝਦੇ ਨਹੀਂ ਹਾਂ। ਤੂੰ ਆਪੇ ਦੇ ਬੁਝਾਈ, ਤੂੰ ਆਪ ਹੀ ਗੁਰਾਂ ਦੁਆਰਾ ਆਪਣੀ ਪ੍ਰਾਪਤੀ ਦੀ ਸਿੱਖਿਆ ਸਮਝਾ ਦਿੰਦਾ ਹੈ। ਜੋ ਤੁਧ ਪਾਵੈ ਸੋਈ ਕਰਸੀ। ਪਰਮਾਤਮਾ ਜੋ ਕੁਝ ਤੈਨੂੰ ਪਾਉਂਦਾ ਤੂੰ ਉਹੀ ਕੁਝ ਤਿੰਨਾਂ ਕਾਲਾਂ ਵਿੱਚ ਕਰਦਾ ਸੀ, ਕਰਦਾ ਹੈ, ਕਰੇਗਾ। ਅਵਰ ਨਾ ਕਰਨ ਜਾਈ, ਹੋਰ ਕਿਸੇ ਪਾਸੋਂ ਕੁਝ ਵੀ ਕੀਤਾ ਨਹੀਂ ਜਾ ਸਕਦਾ।
ਜਗਤ ਤੇ ਉਪਾਏ ਤੁਧ ਧੰਦਾ ਲਾਇਆ। हे ਪ੍ਰਮਾਤਮਾ, ਤੂੰ ਸੰਸਾਰ ਨੂੰ ਪੈਦਾ ਕਰਕੇ ਵੱਖੋ ਵੱਖ ਕੰਮਾਂ ਕਾਰਾਂ ਵਿੱਚ ਲਾਇਆ ਹੈ। ਜੀਵਨ ਨੇ ਜਨਮ ਪਦਾਰਥਾਂ ਨੂੰ ਜੂਏ ਵਿੱਚ ਹੈ। ਸਬਦ ਸੁਰਤ ਨਾ ਪਾਈ। ਔਰ ਉਹਨਾਂ ਨੇ ਗੁਰਾਂ ਦੇ ਉਪਦੇਸ਼ ਦੀ ਸੁਰਤ ਜਾਂ ਗੁਰਾਂ ਦੇ ਸ਼ਬਦ ਵਿੱਚ ਸ਼ਬਦ ਦੁਆਰਾ ਤੇਰੇ ਨਾਲ ਪ੍ਰੀਤੀ ਨਹੀਂ ਪਾਉਣਾ। ਮਨ ਮੁਖ ਮਰਹਿ ਤਿਨ ਨ ਸੂਝੈ। ਮਨ ਦੇ ਮਗਰ ਤੁਰਨ ਵਾਲੇ ਪੁਰਖ ਮੌਤ ਕਰਕੇ ਮਰ ਜਾਂਦੇ ਵੀ ਨਹੀਂ। ਨੂੰ ਖੋਟੀ ਮਤ ਕਰਕੇ ਅਗਿਆਨ ਪ੍ਰਮਾਦਤਾਈ ਦਾ ਹਨੇਰਾ ਪਿਆ ਰਹਿੰਦਾ ਹੈ। ਭਵ ਜਲ ਪਾਰ ਨਾ ਪਾਵਹਿ ਕਬਹੀ। ਉਹ ਕਦੇ ਵੀ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰਾ ਨਹੀਂ ਪਾ ਸਕਦੇ। ਡੂਬ ਮੋਏ ਬਿਨ ਗੁਰ ਸਿਰ ਭਾਰਾ। ਉਹ ਗੁਰਾਂ ਤੋਂ ਬਿਨਾਂ ਸਿਰ ਉੱਪਰ ਪਾਪਾਂ ਦਾ ਬੋਝ ਚੁੱਕ ਕੇ ਇਹ ਸੰਸਾਰ ਸਮੁੰਦਰ 'ਚ ਡੁੱਬ ਕੇ ਮਰ ਗਏ ਹਨ। ਸਾਚੈ ਸ਼ਬਦ ਰਤੇ ਜਨ ਸਾਚੇ। ਜੋ ਸੱਚੇ ਗੁਰਾਂ ਦੇ ਉਪਦੇਸ਼ ਰੰਗੇ ਹੋਏ ਨੇ ਉਹ ਪੁਰਖ ਸੱਚੇ ਜੀਵਨ ਵਾਲੇ ਹਨ। ਹਰ ਪ੍ਰਭ ਆਪ ਮਲਾਏ। ਹਰੀ ਪ੍ਰਭੂ ਹਰੇ ਪਰੇ ਕਰਨ ਵਾਲੇ ਵਾਹਿਗੁਰੂ ਤੂੰ ਆਪ ਹੀ ਉਹ ਆਪਣੇ ਨਾਲ ਮਿਲਾਉਣ ਗੁਰ ਕੀ ਬਾਣੀ ਸ਼ਬਦ ਪਛਾਤੀ। ਗੁਰਾਂ ਦੀ ਬਾਣੀ ਗੁਰਾਂ ਦੇ ਉਪਦੇਸ਼ ਨੂੰ ਪਹਿਚਾਣਿਆ ਹੈ। ਆਚ ਰਹੇ ਲਿਵ ਲਾਏ। ਜਾਂ ਸ਼ਬਦ ਬ੍ਰਹਮ ਦੀ ਸੱਤਾ ਪਹਿਚਾਣੀ ਹੈ ਦੇ ਵਿੱਚ ਬਿਰਤੀ ਲਾ ਕੇ ਰਹਿੰਦੇ ਹਨ। ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ। हे ਪ੍ਰਭੂ हे ਪ੍ਰਮਾਤਮਾ, ਤੂੰ ਆਪ ਵੀ ਉਜਲ ਸਰੂਪ ਹੈ ਅਤੇ ਤੇਰੇ ਭਗਤ ਵੀ ਪਾਪਾਂ ਅਵਿਦਿਆ ਦੀ ਮੈਲ ਤੋਂ ਰਹਿਤ ਨਿਰਮਲ ਉਜਲ ਜੀਵਨ ਵਾਲੇ ਹਨ। ਗੁਰ ਕੈ ਸ਼ਬਦ ਵਿਚਾਰੇ। ਜੋ ਸੇਵਕ ਗੁਰਾਂ ਦੇ ਉਪਦੇਸ਼ ਨੂੰ ਵਿਚਾਰਦੇ ਰਹਿੰਦੇ ਹਨ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ। ਜਿਨ੍ਹਾਂ ਨੇ ਸਤਿਗੁਰਾਂ ਤੋਂ ਬਖਸ਼ਿਸ਼ ਲੈ ਕੇ ਭਗਤੀ ਦੀ ਕਰਨੀ ਕਮਾਈ ਕੀਤੀ ਹੈ, ਨਾਮ ਜਪਿਆ ਹੈ। ਜਬ ਨਾਨਕ ਤੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਜਿਹੜਾ ਪੈਸੇ ਲੈ ਕੇ ਸੋ ਕੀਰਤਨ ਕਰਨਾ ਜਾਂ ਕਥਾ ਕਰਨੀ ਜਾਂ ਨਾਮ ਜਪਾਉਣਾ, ਇਹਦੇ ਨਾਲ ਮਨ ਨਿਰਮਲ ਨਹੀਂ ਹੁੰਦਾ। ਇਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਤੋ ਮਨ ਨਿਰਮਲ ਨਿਸ਼ਕਾਮਤਾ ਦੇ ਨਾਲ ਜਿਹੜੀ ਗੁਰਮਤਿ ਦੀ ਵਿਦਿਆ ਬੱਚਿਆਂ ਨੂੰ ਪੜ੍ਹਾਉਣੀ ਹੈ, ਨਿਸ਼ਕਾਮਤਾ ਨਾਲ ਕਥਾ ਕੀਰਤਨ ਦੀ ਹਾਜ਼ਰੀ ਭਰਨੀ, ਦੇਣ ਵਾਲਾ ਪਰਮਾਤਮਾ ਉਹ ਖੁਦ ਆਪ ਦਿੰਦਾ ਹੈ। ਔਰ ਮੰਗਣ ਤੋਂ ਬਗੈਰ, ਇੱਛਾ ਤੋਂ ਬਗੈਰ ਉਹ ਬੇਅੰਤ ਝੋਲੀਆਂ ਭਰਦਾ ਹੈ। ਤੋ ਇਸ ਲਈ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਵਿਦਿਆ ਪੜ੍ਹਾਉਂਦਾ ਹੈ, ਆਪ ਜਪਦਾ, ਦੂਜਿਆਂ ਨੂੰ ਜਪਾਉਂਦਾ, ਉਹਦੇ ਜਿਹੜੇ ਪਾਪ ਨੇ ਖਤਮ ਹੋ ਜਾਂਦੇ ਨੇ। ਜਨਮ ਜਨਮ ਕੀ ਸੁਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵਈ, ਜੀਸੋ ਧੂਮਣ ਪਾਹੋ। ਸ੍ਰੀ ਖਡੂਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਦੁਆਰਾ ਮੱਲ ਅਖਾੜਾ ਵਿਖੇ ਛੋਟੇ ਬੱਚਿਆਂ ਦੀ ਕਲਾਸ ਲਾਉਂਦੇ ਹੁੰਦੇ ਸਨ। ਔਰ ਫਰੀ ਉਹਨਾਂ ਨੂੰ ਊੜਾ ਐੜਾ ਮੁਹਾਰਨੀ ਗੁਰਬਾਣੀ ਦੇ ਅੱਖਰ ਪੜ੍ਹਾਉਂਦੇ ਹੁੰਦੇ ਸਨ। ਇਸ ਲਈ ਇਹ ਗੁਰੂ ਸਾਹਿਬ ਦੀ ਮਰਜ਼ਾਦਾ ਹੈ ਕਿ ਜਿੱਥੇ ਗੁਰਦੁਆਰਾ ਹੋਵੇ ਉੱਥੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਹੋਣਾ ਚਾਹੀਦਾ। ਔਰ ਇਹ ਜ਼ਿੰਮੇਵਾਰੀ ਪ੍ਰਬੰਧਕਾਂ ਕਮੇਟੀਆਂ ਦੀ ਬਣਦੀ ਹੈ।
ਸੰਤਾਂ ਸਾਧੂਆਂ ਬਾਬਿਆਂ ਦੀ ਬਣਦੀ ਹੈ, ਜਿਹੜੇ ਗੋਲਕਾਂ ਦਾ ਜਿੰਦਰਾ ਖੋਲ੍ਹਦੇ ਨੇ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਸੋ ਨਾਮ ਜਪਣ ਤੇ ਜਪਾਉਣ ਦਾ ਖਾਸ ਪ੍ਰਬੰਧ ਹੋਣਾ ਚਾਹੀਦਾ, ਜਿੱਥੋਂ ਸਾਡੇ ਬੱਚਿਆਂ ਨੂੰ ਸੋਝੀ ਮਿਲੇ, ਬੱਚਿਆਂ ਦਾ ਮਨ ਗੁਰੂ ਘਰ ਵੱਲ ਮੁੜੇ। ਇੱਕ ਲਾਇਬ੍ਰੇਰੀ ਲਾਜ਼ਮੀ ਹੋਣੀ ਚਾਹੀਦੀ, ਕਿਉਂਕਿ ਮੈਨੂੰ ਪਤਾ ਵੀ ਕਿਤਾਬਾਂ ਦੀ ਕੀਮਤ ਕਿੰਨੀ। ਹੁਣ ਮਾਂ ਪਿਓ ਨੇ ਤਾਂ ਪੈਸੇ ਦੇਣੇ ਨੇ ਪੋਥੀ ਲਿਆਉਣ ਵਾਸਤੇ, ਇਸ ਲਈ ਗੁਰਦੁਆਰਿਆਂ ਤੋਂ ਮਿਲੂਗਾ ਸਭ ਕੁਛ, ਜੇ ਮਾਂ ਪਿਓ ਨੂੰ ਸੋਝੀ ਜਾਂ ਪਿਆਰ ਹੋਵੇ। ਜੇ ਉਹ ਚਾਹੁਣ ਵੀ ਸਾਡੇ ਬੱਚੇ ਸੰਤ ਸਾਧੂ ਬਣਨ ਤਾਂ ਤੇ ਉਹ ਦੇਣ। ਉਹ ਤਾਂ ਕਹਿੰਦੇ ਵੀ ਸਾਡਾ ਬੱਚਾ ਡਾਕਟਰ ਬਣੇ, ਇੰਜੀਨੀਅਰ ਬਣੇ, ਪੋਥੀ ਤਾਂ ਸਗੋਂ ਖੋਹਦੇ ਨੇ ਵੀ ਲੈ ਐਸੇ ਉਮਰੇ ਹੁਣੇ ਹੀ ਤੂੰ ਲੱਗ ਗਿਆ ਬਾਬਾ ਬਣ ਗਿਆ। ਤੋ ਗੁਰੂ ਬਣਦੀ ਉਹਨਾਂ ਦਾ ਫਰਜ਼ ਲਾਇਬ੍ਰੇਰੀ ਜਿੱਥੋਂ ਹੋਵੇ ਵੀ ਬੱਚਾ ਤੇ ਬਾਬਾ ਜੀ ਪੋਥੀ ਦੇਣ ਹੀ ਨਾ, ਜਾਂ ਬੱਚਾ ਕਹੇ ਵੀ ਮੈਨੂੰ ਪੜ੍ਹਾਓ ਜੀ ਤੇ ਬਾਬਾ ਜੀ ਕਹਿਣ ਮੇਰੇ ਕੋਲ ਟਾਈਮ ਹੀ ਨਹੀਂ। ਇਸ ਲਈ ਬਕਾਇਦਾ ਇਹ ਸਭ ਕੁਛ ਜ਼ਿੰਮੇਵਾਰੀ ਦੇ ਨਾਲ ਸੋ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਕਿਰਪਾ ਕਰਨ। ਸੋ ਜੇ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਉਹ ਅੱਗੇ ਵਰਤਾਉਣਾ ਚਾਹੀਦਾ ਹੈ। ਇਹ ਮਹਾਰਾਜ ਜਿਹੜੇ ਸੰਤ ਸਾਧੂ ਨੇ ਸੰਪਰਦਾ ਦਮਦਮੀ ਟਕਸਾਲ ਦੇ ਵਿੱਚ ਮੈਂ ਗੁਣ ਵੇਖਿਆ ਹੈ। ਲੋਕ ਭਾਵੇਂ ਜੋ ਮਰਜ਼ੀ ਕਹਿਣ ਤੇ ਪਰ ਸਾਨੂੰ ਤਾਂ ਸਭ ਕੁਝ ਉੱਥੋਂ ਫ੍ਰੀ 'ਚ ਮਿਲਿਆ। ਸਾਡੇ ਲਈ ਤਾਂ ਉਹ ਇੱਕ ਸਵਰਗ ਦੀ ਪੁਰੀ ਹੈ, ਦੁਨੀਆ ਤੋਂ ਅਲੱਗ, ਜਿੱਥੇ ਸੋ ਦੁਨੀਆ ਦੇ ਵਿੱਚ ਤਾਂ ਪੈਸੇ ਤੋਂ ਬਗੈਰ ਤਾਂ ਕੋਈ ਖਲੋਣ ਵੀ ਨਹੀਂ ਦਿੰਦਾ, ਬੈਠਣ ਵੀ ਨਹੀਂ ਦਿੰਦਾ। ਪਰ ਵੇਖੋ ਇੰਨੀ ਮਹਿੰਗਾਈ ਕਲਯੁਗ ਦੇ ਭਿਆਨਕ ਜ਼ਮਾਨੇ ਵਿੱਚ ਸਭ ਕੁਝ ਫ੍ਰੀ ਮਿਲਣਾ ਕਿੱਡੀ ਵੱਡੀ ਗੱਲ ਹੈ। ਫਿਰ ਵਿਦਿਆ ਲੋਕ ਲੱਖਾਂ ਹੀ ਰੁਪਈਏ ਦੇ ਕੇ ਆਪਦੇ ਬੱਚਿਆਂ ਨੂੰ ਨਿਆਣਿਆਂ ਨੂੰ ਬਾਹਰ ਭੇਜਦੇ ਨੇ। ਕਿਤਾਬਾਂ ਦੇ ਵਿੱਚ ਮੈਂ ਵੇਖਿਆ ਹੈ ਕਿ ਕੁਛ ਵੀ ਨਹੀਂ, ਨਿਆਣੇ ਸਾਡੇ ਖੱਪ ਜਾਂਦੇ ਨੇ ਰਾਤ ਦੇ 2-2 ਵਜੇ ਤੱਕ। ਮੈਂ ਕਈ ਵਾਰ ਸੋਚਦਾ, ਆਪਸ ਗੱਲਾਂ ਵੀ ਕਰਦੇ ਹਾਂ ਕਿ ਸਾਡੇ ਕੀ ਕੰਮ ਆਇਆ। ਆ ਸਾਈਨ ਥੀਟਾ ਕੋਸ ਥੀਟਾ ਕਿੱਥੇ ਕੰਮ ਆਉਂਦਾ ਦੱਸੋ। ਟ੍ਰਿਗਨੋਮੈਟਰੀ ਬੜਾ ਖਪਾ ਮਾਰਿਆ ਆਪਾਂ ਨੂੰ, ਆ ਡਾਇਗਰਾਮਾਂ ਤੇ ਬੜਾ ਕੁਛ ਕੀਤਾ, ਬੜਾ ਪੜ੍ਹਿਆ, ਕੱਖ ਕੰਮ ਨਹੀਂ। ਸਾਡੀ ਪੜ੍ਹਾਈ ਇੰਨੀ ਨਕੰਮੀ ਹੈ ਸਕੂਲਾਂ ਦੀ ਵੀ ਨਿਆਣੇ ਸਿਰ ਸੁੱਟ ਕੇ ਅੱਖਾਂ 'ਚ ਪਾਣੀ ਮੂੰਹ 'ਚ ਪਾਣੀ ਲਿਖੀ ਜਾਓ ਲਿਖੀ ਜਾਓ। ਖਾਸ ਕਰ ਸਰਕਾਰੀ ਸਕੂਲਾਂ 'ਚ ਪੜ੍ਹਾ ਖਪਾ ਦਿੰਦੇ, ਕੰਮ ਕੁਛ ਵੀ ਨਹੀਂ ਆਉਂਦਾ। ਇਹਦੇ ਨਾਲ ਬੰਦੇ ਨੂੰ ਕੋਈ ਸਿਲਾਈ ਕਢਾਈ, ਕੋਈ ਮਿਸਤਰੀ ਪੁਣਾ, ਕੋਈ ਸਕੂਟਰ, ਕੋਈ ਮੋਟਰਸਾਈਕਲ ਠੀਕ ਕਰਨਾ ਸਿਖਾਓ। ਰਾਹ ਜਾਂਦਾ ਕਿਤੇ ਬੰਦ ਹੋ ਜਾਏ ਤੇ ਸਾਨੂੰ ਇਹ ਨਹੀਂ ਜਾਂਚ ਵੀ ਪਲੱਗ ਹੈ ਕਿੱਥੇ, ਉਹਨੂੰ ਸਾਫ਼ ਕਿਵੇਂ ਕਰਨਾ। ਜੇ ਮੈਨੂੰ ਕੋਈ ਕਹਿ ਦੇ ਵੀ ਪਲੱਗ ਨੂੰ ਸਾਫ਼ ਕਰੋ, ਪੜ੍ਹ ਕੇ ਗਵਾਇਆ। ਆਪ ਦਾ ਕੰਮ ਤਾਂ ਸਵਾਰਿਆ ਨਹੀਂ, ਘਰ ਦਾ ਕੰਮ ਤਾਂ ਆਉਂਦਾ ਨਹੀਂ, ਕਿੱਲ ਠੋਕਣਾ ਤਾਂ ਆਉਂਦਾ ਨਹੀਂ, ਟੂਟੀ ਬਲੋਕ ਹੋ ਜਾਏ, ਮਿਸਤਰੀ ਮਹਿੰਗਾਈ ਦਾ, ਖੋਲਣ ਦੀ ਜਾਂਚ ਨਹੀਂ, ਬੰਦ ਕਰਨ ਦੀ ਜਾਂਚ ਨਹੀਂ। ਦੱਸੋ ਪੜ੍ਹ ਕੇ ਕੀ ਕੀਤਾ? ਕੁਛ ਵੀ ਨਹੀਂ। ਇਹਦੇ ਨੂੰ ਕੁਛ ਨਾ ਕੁਛ ਗੁਣ, ਕੋਈ ਦਸਤਕਾਰੀ, ਕੁਝ ਨਾ ਕੁਝ ਆਉਣਾ ਚਾਹੀਦਾ। ਜਮਾ ਘਟਾਓ ਦੀ ਤਾਂ ਲੋੜ ਹੈ। ਸਾਈਨ ਥੀਟਾ ਕੋਸ ਥੀਟਾ ਮੈਂ ਤਾਂ ਸਮਝਦਾ ਵੀ ਕਿਸੇ ਕੰਮ ਨਹੀਂ। ਪਲਾਸੀ ਦੀ ਲੜਾਈ ਕਿਹੜੇ ਕੰਮ ਆਈ? ਗੋਰੇ ਹੋ ਕੇ ਚਲੇ ਗਏ, ਸਾਡੇ ਕੀ ਕੰਮ? ਐਵੇਂ ਸੋਸ਼ਲ ਸਟੱਡੀ ਪੜ੍ਹਦੇ ਰਹੋ, ਖਪਾ ਮਾਰਦੇ ਰਹੋ। ਇਸ ਲਈ ਸਭ ਤੋਂ ਉੱਤਮ ਪੜ੍ਹਾਈ ਗੁਰਦੁਆਰੇ ਦੀ ਹੈ। ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਜਪਜੀ ਸਾਹਿਬ, ਜਾਪ ਸਾਹਿਬ, ਗੁਰੂ ਮਹਾਰਾਜ ਦੀ ਬਾਣੀ ਦੀ ਸੰਥਿਆ, ਲਗਾ ਮਾਤਰਾ ਦੀ ਸੁਧਾਈ, ਬਾਣੀ ਦੇ ਅਰਥ, ਹਰ ਗੁਰੂ ਦਾ ਇਤਿਹਾਸ, 10 ਪਾਤਸ਼ਾਹੀਆਂ ਦਾ, ਸਾਹਿਬਜ਼ਾਦਿਆਂ ਦੇ ਕੁਰਬਾਨੀਆਂ ਦਾ ਇਤਿਹਾਸ, ਸਿੱਖਾਂ ਦਾ ਇਤਿਹਾਸ। ਤੁਸੀਂ ਮੈਨੂੰ ਪੁੱਛ ਲਓ, ਮੇਰੀ ਕਾਫੀ ਉਮਰ ਇਸ ਕੰਮ 'ਚ ਗੁਜ਼ਰੀ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਮੈਨੂੰ ਪਤਾ ਹੀ ਕੱਖ ਨਹੀਂ, ਕਿਸੇ ਪੜ੍ਹਾਇਆ ਹੀ ਨਹੀਂ, ਟਾਈਮ ਹੀ ਨਹੀਂ ਕਿਸੇ ਕੋਲ, ਆਪਦੇ ਕੋਲ ਵੀ ਟਾਈਮ ਨਹੀਂ ਲੱਗਾ। ਹਾਂ, ਜੋ ਬੋਲਣਾ ਪੜ੍ਹ ਲਈਦਾ। ਬੰਦੇ ਬਹਾਦਰ ਨੇ ਕੀ ਕੀਤਾ, ਉਹਨਾਂ ਤੋਂ ਬਾਅਦ ਕੀ ਕੁਛ ਹੋਇਆ, ਕੁਛ ਨਹੀਂ ਪਤਾ। ਸਾਡੇ ਬੱਚਿਆਂ ਨੂੰ ਤੁਸੀਂ ਪੁੱਛ, ਸਾਨੂੰ ਨਹੀਂ ਪਤਾ, ਅਸੀਂ ਦੂਜੇ ਨੂੰ ਕੀ ਦੱਸਾਂਗੇ। ਤੋ 14 16 ਸਾਲ ਪੜ੍ਹਦੇ ਰਹੇ, ਪੱਲੇ ਕੁਛ ਵੀ ਨਹੀਂ ਹੈ। ਇਸ ਵਾਸਤੇ ਦੁਨਿਆਵੀ ਪੜ੍ਹਾਈ ਵੀ ਜ਼ਰੂਰੀ ਹੈ। ਜਮਾ ਘਟਾਓ ਆਉਣਾ ਚਾਹੀਦਾ।
ਜਿਹੜੀ ਚੀਜ਼ ਦੀ ਲੋੜ ਹੈ ਉਹ ਪੜ੍ਹਨਾ ਚਾਹੀਦਾ, ਪਰ ਫਜ਼ੂਲ ਦਾ ਸਮਾਂ ਖਰਾਬ। ਜਿਹੜਾ ਕੰਮ ਹੈ ਉਹ ਆਪਾਂ ਕਰਨਾ ਕੋਈ ਨਹੀਂ। ਤੋ ਇਸ ਲਈ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਇੱਕ ਪਾਠਸ਼ਾਲਾ ਧਰਮ ਦੀ ਵਿਦਿਆ ਜਿੱਥੋਂ ਪ੍ਰਾਪਤ ਹੋਵੇ, ਫ੍ਰੀ ਖਾਤੇ ਸਾਡੇ ਬੱਚਿਆਂ ਨੂੰ ਉਹਦਾ ਪ੍ਰਬੰਧ ਹੋਣਾ ਚਾਹੀਦਾ। ਜਿਹਦੇ ਕੋਲ ਚੜ੍ਹਾਵੇ ਦਾ ਪ੍ਰਬੰਧ ਹੈ ਸਾਂਭਣ ਦਾ, ਇਹ ਉਹਦੀ ਜ਼ਿੰਮੇਵਾਰੀ ਬਣਦੀ, ਭਾਵੇਂ ਉਹ ਸੰਤ ਹੈ, ਭਾਵੇਂ ਉਹ ਸਾਧੂ ਹੈ, ਤੇ ਭਾਵੇਂ ਉਹ ਕੋਈ ਕਮੇਟੀ ਹੈ। ਇਹ ਮਹਾਰਾਜ ਤੇਰੇ ਸਾਧੂ ਸੰਤ ਨਿਰਮਲ ਨੇ, ਔਰ ਅੱਗੇ ਤੇਰੇ ਸੋ ਜਿਹੜੇ ਜਨ ਨੇ ਉਹ ਨਿਰਮਲ ਨੇ, ਤੂੰ ਆਪ ਨਿਰਮਲ ਹੈ, ਤੇਰੀ ਬਾਣੀ ਨਿਰਮਲ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਗੁਰ ਕੈ ਸ਼ਬਦ ਵਿਚਾਰੇ। ਨਿਰਮਲ ਕੌਣ ਨੇ? ਜਿਹੜੇ ਗੁਰਾਂ ਦੇ ਸ਼ਬਦ ਦੀ ਵਿਚਾਰ ਕਰਦੇ ਨੇ। ਪੋੜ ਦੇ ਉੱਪਰ ਹੀ 4 ਪੰਕਤੀਆਂ ਲਿਖੀਆਂ ਹੁੰਦੀਆਂ ਬਸ, ਉਹ ਮੈਂ ਵੀ ਨਹੀਂ ਕਦੀ ਪੜ੍ਹੀਆਂ। ਤੁਹਾਡੇ ਕੋਲ ਤਾਂ ਭਲਾ ਕਿੱਥੇ ਟਾਈਮ ਹੋਊਗਾ। ਸਾਡਾ ਤਾਂ ਕੰਮ ਹੀ ਇਹ ਹੈ, ਉਹ 4 ਪੰਕਤੀਆਂ ਵੀ ਨਹੀਂ ਅਸੀਂ ਯਾਦ ਕਰਦੇ ਹੁਕਮਨਾਮੇ ਦੇ ਥੱਲੇ। ਤੇ ਇਸ ਲਈ ਜਿਨ੍ਹਾਂ ਮਹਾਰਾਜ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਉਹ ਨਿਰਮਲ ਹਨ। ਨਾਨਕ ਤਿਨ ਕੈ ਸਦ ਬਲਹਾਰੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਤਿਨਾਂ ਦੇ ਉੱਪਰੋਂ ਹਮੇਸ਼ਾ ਬਲਿਹਾਰ ਕੁਰਬਾਨ ਜਾਂਦੇ ਆ। ਰਾਮ ਨਾਮ ਉਰ ਤਾਰੇ। ਜੋ ਤੇਰੇ ਰਾਮ ਨਾਮ ਨੂੰ ਹਮੇਸ਼ਾ ਆਪਣੇ ਹਿਰਦੇ 'ਚ ਧਾਰਨ ਕਰਕੇ ਰੱਖਦੇ ਨੇ, ਸੋ ਉਹਨਾਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਆ। ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਤੂੰ ਆਪ ਨਿਰਮਲ, ਤੇਰੇ ਜਨ ਹੈ ਨਿਰਮਲ। ਗੁਰ ਕੈ ਸ਼ਬਦ ਵਿਚਾਰੇ। ਨਾਨਕ ਤਨ ਕੈ ਸਦ ਬਲਹਾਰੈ। ਰਾਮ ਨਾਮ ਉਰ ਤਾਰੇ। ਵਾਹਿਗੁਰੂ ਜੀ ਕਾ ਖਾਲਸਾ